करे हरे यग पाप सगल मल। काम क्रोध और लोभ मोह वश करे सब है बल। सदा सुख मन वसै दुख संसार खोवै। गुर नव नित दरियाओ जन्म हम काल खद होवै। गुर नव नित दरियाओ जन्म हम काल खुद होवै। सतनाम वाहेगुरु साहिब जियो। सूही महला चौथा। हर तीजड़ी लाव मन चाओ पहया। बैरागिया बलराम जियो। हर तीजड़ी लाव मन चाओ पहया। बैरागिया बलराम जियो। संत जना हर मेल हर पाया। वड भागिया बलराम जियो। निर्मल हर पाया हर गुण गाया। मुख बोली हर बाणी। संत जना वड भागी पाया। हर कथिय अकथ कहानी। हृदय हर 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 तुन उपजी। हर जपिय मस्तक भाग जियो। जन नानक बोले तीजी लावै। हरि उपजय मन बैराग जियो। हृदय हर 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 तुन उपजी। हर जपिय मस्तक भाग जियो। जन नानक बोले तीजी लावै। हरि उपजय मन बैराग जियो। वाहिगुरु जी का खालसा वाहिगुरु जी की फतेह। जुगो जुग अटल तन तन गुरु ग्रंथ साहिब जी गुरु पातशाह जी दी अजीम अपार बख्शिश नवाजिश। शाम समय ਅਸੀਂ ਸਤਸੰਗਤ ਦਾ ਸਮਾਂ ਮਾਣਦੇ ਹਾਂ। ਲੜੀਵਾਰ ਗੁਰਬਾਣੀ ਵਿਆਖਿਆਨ ਵਿੱਚ ਸੂਹੀ ਰਾਗ ਦਾ ਛੰਦ ਗੁਰੂ ਰਾਮਦਾਸ ਸਾਹਿਬ ਜੀ ਦਾ ਪਾਵਨ ਸੰਦੇਸ਼ ਲਾਵਾਂ ਦਾ ਪਾਠ ਉਹ ਵਿਚਾਰ ਰਹੇ ਹਾਂ। ਮੁਸਲਸਲ ਇਹਨਾਂ ਚਾਰ ਪਦਿਆਂ ਦਾ ਵਿਵੇਚਨਾ ਕਰਦੇ ਹਾਂ। ਅਸੀਂ ਦੋ ਪਦੇ ਪਹਿਲੇ ਵਿਚਾਰੇ, 3 ਨੰਬਰ ਪਦੇ ਦੀ ਵਿਚਾਰ ਬੀਤੇ ਕੱਲ ਕਰ ਰਹੇ ਸੀ। ਕਿਉਂਕਿ ਥੋੜ੍ਹਾ ਡਿਟੇਲਡ ਵੇ ਦੇ ਨਾਲ ਬਿਆਨ ਹੋ ਰਿਹਾ ਹੈ। ਖਾਸ ਕਰਕੇ ਅਸੀਂ ਵਿਵਾਹ ਸੰਸਕਾਰ ਅਤੇ ਉਹਦੇ ਪ੍ਰਤੀ ਜੋ ਸਾਨੂੰ ਸਮਝ ਗੁਰਬਾਣੀ ਆਸ਼ੇ ਮੁਤਾਬਕ ਡਿਵੈਲਪ ਕਰਨ ਦੀ ਲੋੜ ਹੈ, ਅਸੀਂ ਉਹਦੇ ਬਾਬਤ ਵੀ ਕੁਝ ਬਾਵਿਸਥਾਰ ਬਾਤ ਕਰ ਰਹੇ ਹਾਂ। ਖੈਰ, ਜਿੱਥੇ ਬੀਤੇ ਕੱਲ ਬਾਤ ਸਮੇਟੀ ਸੀਗੀ ਬਸ ਉੱਥੋਂ ਹੀ ਅੱਗੇ ਤੋਰ ਰਿਹਾ ਹਾਂ। ਬਚਨ ਇਹ ਸੀਗਾ ਕਿ ਹਰ ਤੀਜੜੀ ਲਾਓ ਮਨ ਚਾਓ ਪਿਆ। ਬੈਰਾਗੀਆ ਬਲਰਾਮ ਜੀਓ। ਮੈਂ ਬੇਨਤੀ ਕਰ ਰਿਹਾ ਸੀਗਾ ਪ੍ਰੇਮ ਦੀਆਂ 3 ਸਟੇਜਸ ਗੁਰਬਾਣੀ ਨੇ ਬਿਆਨ ਕੀਤੀਆਂ ਨੇ। ਰਾਗ, ਬੈਰਾਗ ਤੇ ਅਨੁਰਾਗ। ਰਾਗ ਦੀ ਦਸ਼ਾ ਮਲਾਪ ਦੀ ਦਸ਼ਾ ਆ। ਇਹ ਪਹਿਲਾ ਪੜਾਅ ਹੈ ਪਿਆਰ ਦਾ। ਇਹਦੇ ਵਿੱਚ ਬੰਦਾ ਕਿਸੇ ਦਾ ਹੋ ਜਾਂਦਾ ਹੈ, ਕੋਈ ਕਿਸੇ ਨੂੰ ਆਪਣਾ ਬਣਾ ਲੈਂਦਾ ਹੈ। ਇਹ ਰਾਗ ਹੈ। ਰਾਗ ਦੇ ਓਪੋਜ਼ਿਟ ਤੁਸੀਂ ਵਰਡ ਦੇਖੋਗੇ, ਇਹ ਦੁਆ ਖਾਏਗਾ ਸਾੜਾ। ਸਨੇਹ ਤੇ ਸਾੜਾ, ਪਿਆਰ ਤੇ ਨਫ਼ਰਤ, ਇਹਦੇ ਵਿੱਚ ਹੀ ਦੁਨੀਆ ਚੱਲਦੀ ਹੈ ਸਾਰੀ। ਮਗਰ ਬੰਦੇ ਦੀ ਜਿਹੜੀ ਅਪਲਿਫਟਿੰਗ ਆ ਹੋਣੀ ਬੜੀ ਜ਼ਰੂਰੀ ਹੈ।
ਅਦਰਵਾਈਜ਼ ਜਿੱਥੇ ਬਹੁਤ ਰਾਗ ਦੀ ਦਸ਼ਾ ਆ, ਜੇ ਉਸ ਨੂੰ ਨਹੀਂ ਸੰਭਾਲਾਂਗੇ ਤਾਂ ਬਹੁਤ ਜਲਦੀ ਨਫ਼ਰਤ ਦੇ ਵਿੱਚ ਕਨਵਰਟ ਹੋ ਜਾਏਗੀ। ਜਿਵੇਂ ਗੁਰੂ ਸਾਹਿਬ ਨੇ ਬਾਣੀ 'ਚ ਬਹੁਤ ਸਾਰੀਆਂ ਮਿਸਾਲਾਂ ਦਿੱਤੀਆਂ ਨੇ। ਸਾਹਿਬ ਕਹਿੰਦੇ ਸਰਪਨੀ ਤੇ ਉੱਪਰ ਨਹੀਂ ਬਲੀਆ, ਜਿਨ ਬ੍ਰਹਮਾ ਵਿਸ਼ਨ ਮਹਾਦੇਵ ਛਲਿਆ, ਮਾਰ ਮਾਰ ਸਰਪਨੀ ਨਿਰਮਲ ਜਲ ਬੈਠੀ, ਜਿਨ ਤ੍ਰੀ ਭਵਨ ਡਸੀਲੇ ਗੁਰ ਪ੍ਰਸਾਦ ਡਿਠੀ। ਸਰਪਨੀ ਦੀ ਗੱਲ ਕੀਤੀ। ਇਹ ਸ਼ਬਦ ਪੜ੍ਹਦੇ ਹਾਂ, ਮਾਇਆ ਹੋਈ ਨਾਗਣੀ ਜਗਤ ਰਹੀ ਲਪਟਾਏ, ਜੋ ਇਸ ਕੀ ਸੇਵਾ ਕਰੇ ਤਿਸ ਹੀ ਕੋ ਫਿਰ ਖਾਏ। ਜਾਂ ਅਸੀਂ ਇਸ ਤਰ੍ਹਾਂ ਵੀ ਪੜ੍ਹਦੇ ਹਾਂ, ਮਾਇਆ ਮਮਤਾ ਮੋਹਣੀ ਜਿਨ ਬਿਨ ਦੰਤਾਂ ਜਗ ਖਾਇਆ, ਮਨਮੁਖ ਖਾਦੇ ਗੁਰਮੁਖ ਉਭਰੇ ਜਿਨੀ ਸੱਚ ਨਾਮ ਚਿਤ ਲਾਇਆ। ਮਤਲਬ ਇਸ ਤਰੀਕੇ ਦੀ ਬਾਤ ਸਾਰੀ ਪੜ੍ਹਦੇ ਹੋ। ਸਰਪਨੀ ਦੀ ਮਿਸਾਲ ਵਾਰ-ਵਾਰ ਆਉਂਦੀ ਹੈ, ਨਾਗਣ ਦੀ ਮਿਸਾਲ ਵਾਰ-ਵਾਰ ਆਉਂਦੀ ਹੈ। ਤੇ ਸ਼ਾਇਦ ਆਪ ਜੇ ਫੋਕਲੋਰ 'ਚੋਂ ਥੋੜ੍ਹਾ ਬਹੁਤਾ ਪੜ੍ਹਿਆ ਹੋਇਆ ਆਪਨੇ ਪੰਜਾਬ ਦੀ ਫਿਜ਼ਾਂ ਦੇ ਵਿੱਚ, ਤਾਂ ਆਪ ਨੂੰ ਅਹਿਸਾਸ ਹੋਏਗਾ ਕਿ ਸੱਪ ਆਪਣੇ ਬੱਚਿਆਂ ਨੂੰ ਆਪ ਖਾ ਜਾਂਦਾ ਹੈ, ਖਾਸ ਕਰਕੇ ਸਰਪਨੀ। ਤਾਲਾਂ ਦਿੱਤੀਆਂ ਨੇ। ਸਾਹਿਬ ਕਹਿੰਦੇ ਸਰਪਨੀ ਤੇ ਉੱਪਰ ਨਹੀਂ ਬਲੀਆ, ਜਿਨ ਬ੍ਰਹਮਾ ਵਿਸ਼ਨ ਮਹਾਦੇਵ ਛਲਿਆ, ਮਾਰ ਮਾਰ ਸਰਪਨੀ ਨਿਰਮਲ ਜਲ ਬੈਠੀ, ਜਿਨ ਤ੍ਰੀ ਭਵਨ ਡਸੀਲੇ ਗੁਰ ਪ੍ਰਸਾਦ ਡਿਠੀ। ਸਰਪਨੀ ਦੀ ਗੱਲ ਕੀਤੀ। ਇਹ ਸ਼ਬਦ ਪੜ੍ਹਦੇ ਹਾਂ, ਮਾਇਆ ਹੋਈ ਨਾਗਣੀ ਜਗਤ ਰਹੀ ਲਪਟਾਏ, ਜੋ ਇਸ ਕੀ ਸੇਵਾ ਕਰੇ ਤਿਸ ਹੀ ਕੋ ਫਿਰ ਖਾਏ। ਜਾਂ ਅਸੀਂ ਇਸ ਤਰ੍ਹਾਂ ਵੀ ਪੜ੍ਹਦੇ ਹਾਂ, ਮਾਇਆ ਮਮਤਾ ਮੋਹਣੀ ਜਿਨ ਬਿਨ ਦੰਤਾਂ ਜਗ ਖਾਇਆ, ਮਨਮੁਖ ਖਾਦੇ ਗੁਰਮੁਖ ਉਭਰੇ ਜਿਨੀ ਸੱਚ ਨਾਮ ਚਿਤ ਲਾਇਆ। ਮਤਲਬ ਇਸ ਤਰੀਕੇ ਦੀ ਬਾਤ ਸਾਰੀ ਪੜ੍ਹਦੇ ਹੋ। ਸਰਪਨੀ ਦੀ ਮਿਸਾਲ ਵਾਰ-ਵਾਰ ਆਉਂਦੀ ਹੈ, ਨਾਗਣ ਦੀ ਮਿਸਾਲ ਵਾਰ-ਵਾਰ ਆਉਂਦੀ ਹੈ। ਤੇ ਸ਼ਾਇਦ ਆਪ ਜੇ ਫੋਕਲੋਰ 'ਚੋਂ ਥੋੜ੍ਹਾ ਬਹੁਤਾ ਪੜ੍ਹਿਆ ਹੋਇਆ ਆਪਨੇ ਪੰਜਾਬ ਦੀ ਫਿਜ਼ਾਂ ਦੇ ਵਿੱਚ, ਤਾਂ ਆਪ ਨੂੰ ਅਹਿਸਾਸ ਹੋਏਗਾ ਕਿ ਸੱਪ ਆਪਣੇ ਬੱਚਿਆਂ ਨੂੰ ਆਪ ਖਾ ਜਾਂਦਾ ਹੈ, ਖਾਸ ਕਰਕੇ ਸਰਪਨੀ। ਇਹਦੇ 'ਚ ਕਿਹਾ ਜਾਂਦਾ ਹੈ ਕਿ ਉਹ ਇਤਨੀ ਜ਼ਿਆਦਾ ਮਤਲਬ ਕਰੂਰ ਹੈ, ਇਤਨੀ ਜ਼ਿਆਦਾ ਖੂੰਖਾਰ ਹੈ, ਇਤਨੀ ਜ਼ਿਆਦਾ ਜ਼ਾਲਮ ਹੈ ਕਿ ਆਪਣੇ ਬੱਚੇ ਨੂੰ ਖਾ ਜਾਂਦੀ ਆਪ ਨਹੀਂ। ਐਕਚੁਅਲ ਲੈਵਲ ਤੇ ਖੂੰਖਾਰ ਉਸ ਲੈਵਲ ਤੇ ਨਹੀਂ ਹੈ। ਹਕੀਕਤ ਇਹ ਹੈ ਕਿ ਸੱਪ ਨੇ ਹੋਰ ਵੱਖਰੇ ਵੱਖਰੇ ਜਾਨਵਰਾਂ ਦਾ ਸ਼ਿਕਾਰ ਮਾਰ ਮਾਰ ਕੇ ਖਾਧਾ ਹੁੰਦਾ ਆ, ਜਿਵੇਂ ਚੂਹਾ ਹੋ ਗਿਆ, ਡੱਡੂ ਹੋ ਗਏ, ਹੋਰ ਇਹੋ ਜਿਹੇ ਜਾਨਵਰ ਜਿਹੜੇ ਬਹੁਤਾਇਤ ਜਿਹੜੇ ਸੱਪ ਦਰਖਤਾਂ ਵਗੈਰਾ ਤੇ ਚੜ੍ਹਦੇ, ਉਹਨੇ ਵੱਡੇ ਲੈਵਲ ਤੇ ਦੂਜੇ ਜਾਨਵਰਾਂ ਦੇ ਆਂਡੇ ਤੋੜ ਤੋੜ ਕੇ ਖਾਧੇ ਹੁੰਦੇ ਨੇ, ਪੀਤੇ ਹੁੰਦੇ ਨੇ। ਜਦੋਂ ਉਹਦੇ ਆਪਣੇ ਰਵਣ ਦਾ ਸਮਾਂ ਆਉਂਦਾ ਹੈ, ਜਦੋਂ ਸਮਾਪ, ਕਿਉਂਕਿ ਸਰਪਨੀ ਜਦੋਂ ਆਂਡੇ ਦਿੰਦੀ ਹੈ, ਤੇ ਉਸ ਤੋਂ ਬਾਅਦ ਉਹ ਬਿਲਕੁਲ ਵੀ ਵਸਾ ਨਹੀਂ ਕਰ ਸਕਦੀ। ਉਹ ਕੁੰਡਲ ਮਾਰ ਕੇ ਉਹਦੇ ਉੱਤੇ ਬੈਠ ਜਾਂਦੀ ਹੈ। ਹੁਣ ਭੁੱਖ ਤੇ ਲੱਗੇਗੀ, ਕਿਉਂਕਿ ਕੁਦਰਤ ਦਾ ਨਿਯਮ ਹੈ। ਦੂਸਰਾ ਸੱਪ ਜਿਹੜਾ ਆ, ਇਹ ਵਾਂਡਰ ਕਰਦਾ ਹੈ, ਇੱਧਰ ਉੱਧਰ ਦੌੜਿਆ ਫਿਰਦਾ, ਗਰਦਿਸ਼ ਬਹੁਤ ਕਰਦਾ ਹੈ। ਹੁਣ ਉਹ ਗਰਦਿਸ਼ ਵੀ ਨਹੀਂ ਕਰਦੀ, ਹੁਣ ਉੱਥੇ ਬੈਠੀ ਆ। ਜਿਵੇਂ ਹੀ ਆਂਡਾ ਚੜਾਇਆ, ਉਹ ਕ੍ਰੈਕ ਹੁੰਦਾ, ਉਹ ਪੌਪਅਪ ਹੁੰਦਾ ਉਸ ਤਰੀਕੇ ਦੇ ਨਾਲ, ਤੇ ਉਹਦੇ ਵਿੱਚੋਂ ਰਾਈਟ ਵਿੱਚ ਜਿਹੜਾ ਬੱਚਾ ਨਿਕਲਦਾ ਹੈ, ਜਿਹਨੂੰ ਸਪੋਲਾ ਕਹਿੰਦੇ ਹਾਂ ਅਸੀਂ, ਉਹ ਬਹੁਤ ਚੰਚਲ ਹੁੰਦਾ ਹੈ। ਇੱਕਦਮ ਉਹ ਜ਼ਮੀਨ ਤੇ ਰੇਂਗਦਾ, ਤੇ ਜਿਹੜੀ ਸਰਪਨੀ ਹੈ ਉਹਨੂੰ ਰੋਕਣ ਦੀ ਟਰਾਈ ਕਰਦੀ ਹੈ ਵੀ ਮੈਂ ਮਾਂ ਆ ਤੇਰੀ, ਰੁਕ ਜਾ। ਫੋਕਲੋਰ 'ਚ ਬਾਤ ਹੁੰਦੀ ਇਸ ਤਰੀਕੇ ਦੇ ਨਾਲ। ਉਹ ਰੁਕਦਾ ਨਹੀਂ ਗਾ, ਕਿਉਂਕਿ ਉਹਨੇ ਨੱਠਣਾ ਹੈ। ਉਹਨੂੰ 2-4 ਵਾਰੀ ਹੁਣ ਘੇਰੇਗੀ ਕਿਵੇਂ? ਉਹਦੇ ਕੋਲ ਨਾ ਤੇ ਪੈਰ ਨੇ ਨਾ ਹੱਥ ਨੇ, ਇੱਕੋ ਚੀਜ਼ ਬਚਦੀ ਹੈ, ਮੂੰਹ। ਜਦੋਂ ਫਿਰ ਉਹ ਨਹੀਂ ਇਸ ਤਰੀਕੇ ਨਾਲ ਪਕੜ ਪਾਉਂਦੀ, ਫਿਰ ਅਖੀਰ ਉਹ ਖਾ ਜਾਂਦੀ ਹੈ। ਉਹ ਖਾਣ ਦਾ ਕਾਰਨ ਉਹਦਾ ਨਫ਼ਰਤ ਨਹੀਂ ਗੀ, ਬਲਕਿ ਬੇਤਹਾਸ਼ਾ ਮੋਹ ਹੈ। ਜਿਹੜਾ ਬਹੁਤ ਜ਼ਿਆਦਾ ਮੋਹ ਹੈ, ਇਹ ਜਿਹਨੂੰ ਅਸੀਂ ਅਨਲਿਮਿਟਿਡ ਅਟੈਚਮੈਂਟ ਕਹਿੰਦੇ ਆ, ਇਹ ਦੁਆਇਕ 'ਚ ਕਨਵਰਟ ਹੁੰਦਾ ਹੈ। ਤੇ ਇਸ ਦੇ ਵਿੱਚੋਂ ਫਿਰ ਬੰਦਾ ਆਪਣੇ ਹੀ ਪੈਦਾ ਕੀਤੇ ਹੋਏ ਰਿਸ਼ਤਿਆਂ ਨੂੰ ਖਾ ਜਾਂਦਾ। ਈਵਨ ਜੇ ਤੁਸੀਂ ਹੋਰ ਨੂੰ ਅਗਲੇ ਲੈਵਲ ਤੇ ਦੇਖੋਗੇ ਨਾ, ਬੈਰਾਗ ਤੇ ਬਹੁਤ ਸੁਪੀਰੀਅਰ ਜਿਹੜੀ ਕੰਡੀਸ਼ਨ ਆ ਰੂਹਾਨੀ ਸਾਈਡ ਤੇ, ਜਿਹੜੀ ਅਸੀਂ ਆਨਰ ਕਿਲਿੰਗ ਕਈ ਵਾਰੀ ਦੇਖਦੇ ਆ
ਆਪਣੇ ਉੱਥੇ ਵੀ ਹੈ, ਇੱਥੇ ਵੀ, ਇਹਨਾਂ ਮੁਲਕਾਂ 'ਚ ਵੀ ਕਿਤੇ ਨਾ ਕਿਤੇ ਇਹੋ ਜਿਹੇ ਇੰਸੀਡੈਂਟ ਮਿਲ ਜਾਂਦੇ ਨੇ। ਅਸੀਂ ਤੁਹਾਨੂੰ ਡਿਸਓਨਰ ਕਿਲਿੰਗ ਕਹਿੰਦੇ ਹਾਂ, ਓਨਰ ਕਾਹਦਾ ਉਹਦੇ ਵਿੱਚ। ਪਰ ਇਹ ਹੈ ਵੀ ਜੋ ਕੋਈ ਬੱਚਾ ਬੱਚੀ ਆਖੇ ਨਹੀਂ ਲੱਗਦਾ, ਮਰਜ਼ੀ ਦੇ ਮੁਤਾਬਕ ਜਾਣਾ ਚਾਹੁੰਦਾ, ਖਾਸ ਕਰਕੇ ਜਿਹੜੇ ਉਹਨਾਂ ਦੇ ਜੀਵਨ ਜੀਣ ਦੇ ਆਪਣੇ ਡਿਸੀਜ਼ਨਸ ਹੁੰਦੇ ਨੇ, ਉਹਨਾਂ ਦੇ ਬਾਬਤ ਮਾਂ ਬਾਪ ਜਦੋਂ ਖੁਸ਼ ਨਹੀਂ ਹੁੰਦੇ ਤਾਂ ਕਈ ਵਾਰੀ ਕਤਲ ਕਰ ਦਿੰਦੇ ਉਹਨਾਂ ਨੂੰ। ਤੇ ਇਹਦੇ ਬਾਰੇ ਪਰਸੈਪਸ਼ਨ ਇਹ ਬਣਾਈ ਜਾਂਦੀ ਵੀ ਸ਼ਾਇਦ ਉਹ ਜਿਹੜੇ ਨੇ ਨਾ, ਉਹਨਾਂ 'ਚ ਪਿਆਰ ਨਹੀਂ ਹੈਗਾ, ਨਫ਼ਰਤ ਭਰੀ ਤਾਂ ਮਾਰਿਆ ਉਹਨਾਂ ਨੇ। ਹਾਲਾਂਕਿ ਡੀਪ ਲੈਵਲ ਤੇ ਦੇਖਿਆ ਪਤਾ ਲੱਗਦਾ ਨਹੀਂ, ਉਹ ਤੇ ਬਹੁਤ ਬਹੁਤ ਜ਼ਿਆਦਾ ਅਟੈਚਡ ਨੇ। ਇਹਦੇ ਬਾਰੇ ਇੱਕ ਵੈਨਕੂਵਰ 'ਚ ਬੜਾ ਕਮਾਲ ਦਾ ਕੇਸ ਵੀ ਆਇਆ ਸੀਗਾ। ਬੱਚਾ ਸੀਗਾ ਤੇ ਉਹ ਖਾਸ ਕਰਕੇ ਡਿਸੇਬਲ ਸੀਗਾ, ਡਿਸੇਬਿਲਿਟੀ ਦੇ ਨਾਲ, ਮਤਲਬ ਫਿਜ਼ੀਕਲੀ ਮੈਂਟਲੀ ਚੈਲੰਜਡ ਸੀਗਾ। ਤੇ 2-4 ਹੋ ਰਿਹਾ ਸੀਗਾ। ਉਸ ਤੋਂ ਬਾਅਦ ਫਿਰ ਜਿਹੜਾ ਯੂਥਨੇਸ਼ੀਆ ਦਾ ਕੇਸ ਇੱਥੇ ਜ਼ੋਰ ਫੜਦਾ ਕਾਫੀ ਵੱਡੇ ਲੈਵਲ ਤੇ, ਦੀ ਐਡਵੋਕੇਸੀ ਹੁੰਦੀ ਹੈ। ਮਾਂ ਬਾਪ ਉਹਨੂੰ ਬੜਾ ਪਿਆਰ ਕਰਦੇ, ਬੜਾ ਸੰਭਾਲਦੇ, ਪਰ ਉਹਦੀ ਸਫਰਿੰਗ ਡੇ ਬਾਈ ਡੇ ਵੱਧਦੀ ਹੈ। ਇੱਕ ਲੈਵਲ ਐਸਾ ਹੁੰਦਾ ਹੈ ਮਾਂ ਬਾਪ ਉਹਦੀ ਸਫਰਿੰਗ ਬਰਦਾਸ਼ਤ ਨਹੀਂ ਕਰ ਪਾਉਂਦੇ ਤੇ ਉਸ ਨੂੰ ਮਾਰ ਦਿੰਦੇ ਨੇ। ਜਦੋਂ ਇਹ ਬਾਤ ਹੋਈ ਤੇ ਬੜੀ ਚਰਚਾ ਹੋਈ, ਇਹ ਕੀ ਹੋਇਆ? ਇਹਨੂੰ ਦੁੱਖ ਤੋਂ ਨਿਜਾਤ ਹਾਸਲ ਕਰਾ ਦਿਆ। ਇਹ ਤਕਲੀਫ ਮੇਰੇ ਲਈ ਬਰਦਾਸ਼ਤ ਕਰਨੀ ਬਹੁਤ ਮੁਸ਼ਕਲ ਹੈ ਕਿ ਮੇਰਾ ਬੱਚਾ, ਮੇਰਾ ਸਨੇਹੀ, ਜਿਹੜਾ ਮੇਰਾ ਆਪਣਾ ਹੈ, ਉਹ ਦੁੱਖ 'ਚ ਹੈ ਇਸ ਰੂਪ ਦੇ ਵਿੱਚ। ਰਾਗ ਜਦੋਂ ਬਹੁਤ ਚਰਮ ਸੀਮਾ ਤੇ ਆ ਜਾਏ, ਬੰਦੇ ਦੀਆਂ ਅੱਖਾਂ ਚੁੰਦਿਆ ਦਿੰਦਾ, ਉਹਨੂੰ ਦੱਸਣਾ ਬੰਦ ਹੋ ਜਾਂਦਾ। ਇਸ ਕਰਕੇ ਬੈਰਾਗ ਬੜਾ ਜ਼ਰੂਰੀ ਹੈ। ਇਹਦੀਆਂ ਮਲਟੀਪਲ ਲੇਅਰਸ ਨੇ। ਮੈਂ ਬੀਤੇ ਕੱਲ ਇੱਕ ਬਾਤ ਕਰ ਰਿਹਾ ਸੀਗਾ ਬੈਰਾਗ ਦੀ ਦਸ਼ਾ ਦੇ ਵਿੱਚ। ਇਹ ਹੈ ਜਿਹੜੇ ਰਿਸ਼ਤੇ ਲੈ ਕੇ ਆਉਂਦੇ ਇੱਥੋਂ ਤੱਕ। ਵੈਸੇ ਬਾਤ ਬੜੀ ਉਸ ਰੂਪ ਵਿੱਚ ਕੀਤੀ ਸੀਗੀ। ਇੱਕ ਤੇ ਹੈ ਕਿ ਮਨ ਬੈਰਾਗ ਪਿਆ ਦਰਸ਼ਨ ਦੇਖਣੇ ਕਾ, ਚਾਹੇ ਕੋ ਸੀਗਾ ਮਨ ਕਿਉਂ ਬੈਰਾਗ ਕਰੇਗਾ, ਸਤਿਗੁਰ ਮੇਰਾ ਪੂਰਾ ਮਨਸਾ ਕਾ ਦਾਤਾ ਸਭ ਸੁਖ ਨਿਧਾਨ, ਅੰਮ੍ਰਿਤਸਰ ਸਦਹੀ ਭਰਪੂਰਾ। ਇੱਕ ਹੋਰ ਰੂਪ ਵੀ ਹੈ, ਮਤਲਬ ਇਹਦੇ ਜੇ ਵੈਸੇ ਤਾਂ ਕਈ ਰੂਪ ਨੇ, ਪਰ ਇੱਕ ਇਹ ਵੀ ਰੂਪ ਅਸੀਂ ਵੇਖਦੇ ਹਾਂ ਬਾਬਾ ਕਬੀਰ ਜੀ ਦੇ ਸ਼ਬਦਾਂ ਨੂੰ ਪੜ੍ਹਦੇ ਹਾਂ। ਕਬੀਰ ਜੋ ਗ੍ਰਹਿ ਕਰੇ ਤਾਂ ਧਰਮ ਕਰ, ਨਾ ਹੈ ਤਾਂ ਕਰ ਬੈਰਾਗ, ਬੈਰਾਗੀ ਬੰਧਨ ਕਰੇ ਤਾਂ ਕੋ ਬੜੋ ਅਪਾਗ। ਗ੍ਰਸਥ ਧਰਮ ਤੇ ਖੜਾ ਆ, ਤੇ ਧਰਮ ਕਿਸੇ ਬਹੁਤ ਡੀਪ ਲੈਵਲ ਤੇ ਡਿਸਿਪਲਿਨ ਦੀ ਡਿਮਾਂਡ ਕਰਦਾ ਹੈ। ਇਹ ਬੈਰਾਗ ਵੀ ਧਰਮ ਹੈ ਆਪਣੇ ਆਪ ਦੇ ਵਿੱਚ। ਜਿਹੜਾ ਆਲੇ ਦੁਆਲੇ ਨਾਲ ਸੰਬੰਧ ਆ, ਇਸ ਸੰਬੰਧ ਨੂੰ ਸਹੀ ਰੂਪ ਵਿੱਚ ਸਥਾਪਿਤ ਕਰਨ ਵਾਸਤੇ ਪਤਨੀ ਨੂੰ ਬਣਦਾ ਜਗ੍ਹਾ ਦੇਣੀ, ਪਤੀ ਨੂੰ ਬਣਦੀ ਜਗ੍ਹਾ ਦੇਣੀ ਜੀਵਨ ਦੇ ਵਿੱਚ। ਪਰ ਜਿਹੜੇ ਮਾਂ ਬਾਪ ਇੱਥੋਂ ਤੱਕ ਲੈ ਕੇ ਆਏ ਨੇ, ਉਹਨਾਂ ਨੂੰ ਵੀ ਜਗ੍ਹਾ ਦੇਣੀ। ਭੈਣ ਭਰਾ ਜਿਨ੍ਹਾਂ ਨੇ ਅੱਜ ਤੱਕ ਸਪੋਰਟ ਕੀਤੀ, ਉਹਨਾਂ ਨੂੰ ਵੀ ਜਗ੍ਹਾ ਦੇਣੀ। ਇਹ ਸਭ ਚੀਜ਼ਾਂ ਜਿਹੜੀਆਂ ਇਸ ਰੂਪ ਵਿੱਚ ਦੇਖੀਆਂ ਜਾਣ। ਜੋ ਕਈ ਵਾਰ ਅਸੀਂ ਦੇਖਦੇ ਆ ਨਾ ਕਿ ਜਿਹੜੇ ਖਾਸ ਕਰਕੇ ਲਵ ਅਫੇਅਰਸ ਵਗੈਰਾ ਹੋ ਜਾਂਦੇ, ਇੱਕਦਮ ਲਵ ਇਨ ਫਸਟ ਸਾਈਟ ਐਂਡ ਇਸ ਕਿਸਮ ਦੀਆਂ ਗੱਲਾਂ ਕੀਤੀਆਂ ਜਾਂਦੀਆਂ। ਤੇ ਜਿਹੜਾ ਉਹਦੇ ਵਿੱਚ ਫਿਰ ਕਈ ਵਾਰੀ, ਕਿਉਂਕਿ ਇਹਦੇ 'ਚ ਮੋਸਟਲੀ ਤੇ ਗੱਲ ਹੁੰਦੀ ਹੈ ਕਿ ਹਾਰਮੋਨਸ ਡਰਾਈਵ ਕਰਦੇ ਬੰਦੇ ਨੂੰ, ਤੇ ਚੰਚਲਤਾ ਬਹੁਤ ਇਨਵੋਲਵ ਹੁੰਦੀ। ਜਦੋਂ ਡੀਪ ਲੈਵਲ ਤੇ ਦੇਖਿਆ ਜਾਏ ਤਾਂ ਬੱਚਿਆਂ ਦੀ ਕਈ ਵਾਰੀ ਪ੍ਰੀ ਮੈਰਿਟਲ ਕਾਉਂਸਲਿੰਗ ਵਿੱਚ ਵੀ ਅਸੀਂ ਸਵਾਲ ਲਿਆਉਂਦੇ ਉਹਨਾਂ ਦੇ ਸਾਹਮਣੇ ਕਿ ਜੇ ਤੁਸੀਂ ਇਸ ਇੰਡੀਵਿਜੂਅਲ ਨਾਲ ਵਿਆਹ ਕਰਾਓਗੇ, ਇਹਦੇ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਕੀ ਇਜ਼ਾਫੀਅਤ ਹੋਏਗੀ? ਜੇ ਨਹੀਂ ਕਰਾਓਗੇ ਤਾਂ ਕੀ ਕਮੀ ਰਹਿ ਜਾਏਗੀ? ਟਰਾਈ ਟੂ ਥਿੰਕ ਅਬਾਊਟ ਇਟ। ਇੱਕ ਸਾਈਡ ਹੈ। ਦੂਸਰੀ, ਜੇ ਤੁਸੀਂ ਇਹਦੇ ਜੀਵਨ ਵਿੱਚ ਨਹੀਂ ਆਉਂਦੇ ਤੇ ਇਹਦੇ 'ਚ ਕੀ ਅਧੂਰਾਪਨ ਰਹਿ ਜਾਏਗਾ? ਜੇ ਤੁਸੀਂ ਆ ਰਹੇ ਹੋ ਤੇ ਕਿਸ ਅਧੂਰੇਪਨ ਨੂੰ ਤੁਸੀਂ ਪੂਰਾ ਕਰੋਗੇ? ਟਰਾਈ ਟੂ ਐਕਚੁਅਲੀ ਕੈਲਕੂਲੇਟ ਦੋਜ਼ ਥਿੰਗਸ ਟੂ। ਇੱਥੇ ਜਿਹੜੀ ਬਾਤ ਆਉਂਦੀ ਹੈ, ਫਿਰ ਕਈ ਵਾਰ ਬੰਦਾ ਸੋਚਦਾ ਨਹੀਂ ਮੈਂ ਤੇ ਇਹਦੇ ਬਿਨਾਂ ਰਹਿ ਨਹੀਂ ਸਕਦਾ, ਇਹ ਮੇਰੇ ਬਿਨਾਂ ਰਹਿ ਨਹੀਂ ਸਕਦਾ, ਇਸ ਕਿਸਮ ਦੀ ਚੀਜ਼ ਜਿਹੜੀ ਆ ਜਾਂਦੀ। ਠੀਕ ਹੈ, ਕਈ ਵਾਰ ਇਹਦੇ ਇਵਜ ਵਿੱਚ ਸਾਰੇ ਹੋਰ ਰਿਸ਼ਤੇ ਸਨੇਹ ਉਹ ਤਿਆਗਣੇ ਪੈ ਜਾਂਦੇ। ਹੁਣ ਉਹਦੇ 'ਚ ਕੀ ਹੈ, ਬੰਦਾ ਕਈ ਵਾਰੀ ਬਹੁਤ ਵਕਤੀ ਤੌਰ ਤੇ ਸੋਚਦਾ ਤੇ ਬੜਾ ਮੀਨ ਹੋ ਕੇ ਸੋਚਦਾ। ਇਸ ਤਰ੍ਹਾਂ ਜਾਣੋ, ਤੁਸੀਂ ਇਸ ਤਰ੍ਹਾਂ ਸੋਚਦੇ ਹੋ, ਜਿਨ੍ਹਾਂ ਰਿਸ਼ਤਿਆਂ ਸੰਬੰਧਾਂ ਨੇ, ਜਿਨ੍ਹਾਂ ਨੇ ਇੱਥੋਂ ਤੱਕ ਲਿਆਂਦਾ ਹੈ ਤੁਹਾਨੂੰ ਸਾਰੇ ਦੇ ਸਾਰਿਆਂ ਨੂੰ। ਮੈਂ ਇੱਕ ਛੋਟਾ ਜਿਹਾ ਰੰਗ ਤੁਹਾਡੇ ਸਾਹਮਣੇ ਬਿਆਨ ਕਰਦਾ ਹਾਂ, ਅਤੇ ਵੈਸੇ ਭਾਈ ਵੀਰ ਸਿੰਘ ਜੀ ਦੀ ਨਜ਼ਮ ਵਿੱਚੋਂ ਡਿਫਰੈਂਟ ਵੇ ਦੇ ਨਾਲ ਹੈ, ਪਰ
इस चीज़ ਨੂੰ ਅੰਡਰਸਟੈਂਡ ਕਰ ਸਕੀਏ। ਜਿਹੜਾ ਉਹ ਸੀ ਸ਼ਾਇਦ ਕਿਤੇ ਕਵਿਤਾ ਉਹਨਾਂ ਦੀ ਪੜ੍ਹੀ ਹੋਏ ਵੀ ਡਾਲੀ ਨਾਲੋਂ ਨਾ ਤੋੜ ਅਸਾਂ ਨੂੰ ਅਸਾਂ ਹੱਟ ਮਹਿਕ ਦੀ ਲਾਈ ਲੱਖ ਗਾਹਕ ਜੇ ਆ ਕੇ ਸੁੰਘੇ ਖਾਲੀ ਇੱਕ ਨਾ ਜਾਈ। ਉਹ ਜੋ ਜ਼ਿਕਰ ਕਰਦੇ ਜਿਹੜੇ ਉਹਦੇ ਜਿਹੜੀ ਦੀ ਹਕਾਇਤ ਆ ਉਹ ਸਾਰੀ ਉਸ ਪੋਇਟਰੀ ਦੇ ਉਸ ਪੋਇਮ ਦੇ ਜਿਹੜਾ ਸਟੰਜਾ ਹੈਗਾ ਉਹਦਾ ਉਹ 'ਚ ਹੁੰਦਾ ਹੈ ਕਿ ਇੱਕ ਬਾਗ ਦੇ ਵਿੱਚ ਭਾਈ ਸਾਹਿਬ ਵਾਕ ਕਰ ਰਹੇ ਨੇ ਤੇ ਵਾਕ ਕਰਦਿਆਂ ਹੋਇਆਂ ਉਹ ਬੜੇ ਨੇਚਰ ਲਵਰ ਸੀਗੇ, ਬੜੇ ਕੁਦਰਤ ਨੂੰ ਪਿਆਰ ਕਰਨ ਵਾਲੀ ਹਸਤੀ ਸੀਗੀ। ਇੱਕ ਨਜ਼ਰ ਫੁੱਲ ਤੇ ਪਈ ਤੇ ਨਜ਼ਰ ਠਹਿਰ ਗਏ। ਬਹੁਤ ਖੂਬਸੂਰਤ ਫੁੱਲ ਹੈ, ਇਤਨਾ ਆਭਾ ਉਹਦੀ ਮੰਡਤ ਆ, ਇਤਨੀ ਉਹਦੀ ਹੁਸੈਨੀਅਤ ਕਸ਼ਿਸ਼ਕਾਈ ਹੈ ਵੀ ਕਸ਼ਿਸ਼ ਪਾਉਣ ਵਾਲੀ ਹੈ ਕਿ ਅੱਖ ਠਹਿਰ ਗਈ। ਦੇਖਣ ਲੱਗ ਗਏ ਉਹਦੇ ਵੱਲ, ਅਜੇ ਬੜੀ ਅੱਖ ਭਰ ਕੇ ਦੇਖ ਹੀ ਰਹੇ ਸੀਗੇ, ਇੱਕਦਮ ਕਿਸੇ ਹੋਰ ਸੈਲਾਨੀ ਦੀ ਵੀ ਨਜ਼ਰ ਪਈ ਉਹਦੇ ਉੱਤੇ। ਉਹਨੇ ਸੋਚਿਆ ਇਸ ਤੋਂ ਪਹਿਲਾਂ ਇਤਨੇ ਹੁਸੈਨ ਫੁੱਲ ਨੂੰ ਕੋਈ ਤੋੜ ਕੇ ਆਪਣੇ ਜਿਹੜਾ ਹੈਗਾ ਦਾਮਨ ਵਿੱਚ ਪਾ ਕੇ ਲੈ ਜਾਏ, ਮੇਰਾ ਦਾ ਲੱਗਾ ਮੈਂ ਤੋੜ ਲਵਾਂ। ਧਰਤੀ ਦੀ ਜਿਹੜੀ ਸੁਹੱਪਣ ਦੀ ਬਿਰਤੀ ਹੈ, ਭੋਗਣ ਦੀ, ਬੰਦੇ ਦੀ ਇਸੇ ਤਰ੍ਹਾਂ ਦੀ ਹੈ। ਬੰਦਾ ਐਗਜ਼ੈਕਟਲੀ ਇਸ ਸੁਰਤ 'ਚ ਬੰਦਾ ਜੀਂਦਾ ਆ, ਮੋਸਟਲੀ ਇਸ ਰੂਬੇ ਦੇਖਿਆ ਜਾਂਦਾ। ਖੈਰ ਜਿਵੇਂ ਹੀ ਇਹ ਬਾਤ ਆਈ ਤੇ ਉਹ ਇੱਕਦਮ ਨਜ਼ਰ ਗਈ ਉਸ ਫੁੱਲ ਦੇ ਉੱਤੇ ਤੇ ਇੱਕਦਮ ਹੱਥ ਵਧਿਆ ਤੋੜਨ ਵਾਸਤੇ। ਕਵੀ ਰੂਹ ਸੀ ਭਾਈ ਸਾਹਿਬ ਭਾਈ ਵੀਰ ਸਿੰਘ, ਇੱਕਦਮ ਅੰਦਰੋਂ ਨਜ਼ਮ ਦਾ ਚਰਨਾ ਫੁੱਟ ਗਿਆ। ਜਿਹੜਾ ਉਹਦਾ ਜ਼ਿਕਰ ਉਹ ਇਸ ਤਰ੍ਹਾਂ ਮਿਲਦਾ ਆ ਕਿ ਉਸ ਫੁੱਲ ਜਿਹੜਾ ਉਹ ਖਾਸ ਕਰਕੇ ਪੀਸ ਆਫ ਫਲਾਵਰ ਹੈਗਾ ਜਿਹੜਾ ਉਹ ਖਿੜ ਰਿਹਾ ਉਸ ਰੂਪ ਦੇ ਵਿੱਚ, ਖੂਬਸੂਰਤੀ ਦਾ ਟੁਕੜਾ, ਉਹਦੇ ਤੇ ਤੋੜਨ ਵਾਲੇ ਸੈਲਾਨੀ ਦੇ ਦਰਮਿਆਨ ਇੱਕ ਡਾਇਲੌਗ ਹੁੰਦਾ ਆ। ਡਾਇਲੌਗ ਇਹ ਹੁੰਦਾ ਹੈ ਕਿ ਜਿਵੇਂ ਹੀ ਫੁੱਲ ਨੂੰ ਤੋੜਨ ਵਾਸਤੇ ਉਹਦਾ ਹੱਥ ਵੱਧਦਾ ਹੈ ਤੇ ਫੁੱਲ ਇੱਕਦਮ ਕਾਂਪ ਖਾ ਜਾਂਦਾ ਤੇ ਕਾਂਪ ਖਾ ਕੇ ਕਹਿੰਦਾ ਹੈ, ਸੱਜਣਾ ਕਿਉਂ ਤੋੜਨ ਲੱਗਾ ਆ, ਮੈਂ ਕੀ ਗੁਨਾਹ ਕੀਤਾ ਆ। ਉਹ ਕਹਿੰਦੇ ਨਹੀਂ ਤੂੰ ਗੁਨਾਹ ਕੋਈ ਨਹੀਂ ਕੀਤਾ, ਤੂੰ ਤਾਂ ਸੋਹਣਾ ਹੀ ਬੜਾ ਆ, ਤੂੰ ਤਾਂ ਹਸੀਨ ਹੀ ਬੜਾ ਆ, ਤੇਰੀ ਤਾਂ ਖੁਸ਼ਬੂ ਬੜੀ ਵਧੀਆ ਆ ਰਹੀ ਹੈ, ਬਸ ਮੈਂ ਤੇ ਤੈਨੂੰ ਤੋੜ ਕੇ ਆਪਣਾ ਬਣਾਉਣਾ ਚਾਹੁੰਦਾ। ਉਹ ਕਹਿੰਦਾ ਸੱਜਣਾ ਗੱਲ ਤੇ ਠੀਕ ਹੈ, ਤੂੰ ਤੋੜ ਕੇ ਆਪਣਾ ਬਣਾਉਣਾ ਚਾਹੁੰਦਾ ਆ, ਪਰ ਜਿਸ ਖੂਬਸੂਰਤੀ ਨੂੰ, ਜਿਸ ਹੁਸੈਨੀਅਤ ਦੀ ਤੂੰ ਤਾਰੀਫ ਕਰਦਾ, ਜਿਹਦੇ ਕਰਕੇ ਤੂੰ ਆਸ਼ਕ ਬਣਿਆ ਮੇਰਾ, ਉਹ ਐਕਚੁਅਲੀ ਉਹ ਖੁਸ਼ਬੂ, ਉਹ ਖੂਬਸੂਰਤੀ, ਉਹ ਸ਼ੋਖ ਰੰਗ ਉਹ ਤੇ ਮੇਰਾ ਹੈ ਹੀ ਨਹੀਂਗਾ। ਉਹ ਤੇ ਆ ਡਾਲੀ ਦੇ ਰਹੀ ਹੈ ਮੈਨੂੰ, ਮੈਂ ਤੇ ਇਸ ਡਾਲੀ ਦੇ ਕਰਕੇ ਉਸ ਸਾਰੇ ਦੀ ਇੱਕ ਜਿਹਨੂੰ ਕਿਹਾ ਜਾਏ ਵਿਖਾਵੇਕਾਰੀ ਕਰਕੇ ਬੈਠਾ, ਉਹਨੂੰ ਸਾਰੇ ਦਾ ਇੱਕ ਮਜ਼ਮਾ ਲਾ ਕੇ ਬੈਠਾ, ਦੀ ਡੈਮੋਸਟ੍ਰੇਸ਼ਨ ਕਰ ਰਿਹਾ। ਉਹ ਕਹਿੰਦਾ ਗੱਲ ਹੀ ਕੁਛ ਨਹੀਂ ਹੈ, ਆਪਾਂ ਡਾਲੀ ਵੀ ਨਾਲ ਹੀ ਕੱਟ ਲੈਨੇ। ਉਹ ਕਹਿੰਦਾ ਜਿਵੇਂ ਹੀ ਉਹਨੇ ਡਾਲੀ ਕੱਟਣ ਵਾਸਤੇ ਹੱਥ ਵਧਾਇਆ, ਡਾਲੀ ਕਹਿੰਦੀ ਨਾ ਸੱਜਣਾ ਕਿਉਂ ਕਮਲਾਪਨ ਕਰ ਰਿਹਾ, ਮੇਰਾ ਕੋਈ ਹੈ ਕੋਲ, ਮੈਂ ਤੇ ਸਭ ਕੁਝ ਇਸ ਮੁੱਢ ਤੋਂ ਤਣੇ ਤੋਂ, ਜਿਹੜੀ ਉਹਦੀ ਖਾਸ ਕਰਕੇ ਮੇਨ ਟਰੰਪ ਆ, ਜਿਹੜਾ ਮੇਨ ਖਾਸ ਕਰਕੇ ਟਰੰਕ ਆ, ਮੈਂ ਤੇ ਉਹਦੇ ਤੋਂ ਸਾਰਾ ਕੁਝ ਜਿਹੜਾ ਹੈਗਾ ਉਹ ਲੈ ਕੇ ਉੱਤੇ ਉਸ ਨੂੰ ਪਹੁੰਚਾ ਰਿਹਾ ਵਾਂ। ਉਹ ਕਹਿੰਦਾ ਗੱਲ ਹੀ ਕੁਛ ਨਹੀਂ, ਆਪਾਂ ਕੱਟਣਾ ਮੁੱਢ ਹੀ ਕੱਟ ਲਾਂਗੇ ਆਪਾਂ। ਉਹ ਮੁੱਢ ਕਹਿੰਦਾ ਉਹ ਭਲਿਆ ਮੈਂ ਜੜ੍ਹਾਂ ਤੋਂ ਬਿਨਾਂ ਤਾਂ ਮੈਂ ਵੀ ਕੁਝ ਨਹੀਂ, ਇਹ ਜੜ੍ਹਾਂ ਸਭ ਕੁਝ ਦੇ ਰਹੀਆਂ ਨੇ, ਇਸ ਨੂੰ ਹੀ ਉੱਪਰ ਲੈ ਕੇ ਜਾ ਰਿਹਾ। ਉਹ ਕਹਿੰਦਾ ਗੱਲ ਮੁੱਕੀ, ਜੜ੍ਹਾਂ ਨਾਲ ਹੀ ਪੱਟ ਲੈਣੀਆਂ। ਜੜ੍ਹਾਂ ਨੇ ਕਿਹਾ ਨਾ, ਸੱਚਾਈ ਇਹ ਹੈ ਇਹ ਜੜ੍ਹਾਂ ਇਸ ਮਿੱਟੀ ਵਿੱਚ ਲੱਗੀਆਂ ਰਹਿਣਗੀਆਂ ਤੇ ਇਸ ਮਿੱਟੀ ਦੇ ਵਿੱਚੋਂ ਹੀ ਸਭ ਕੁਝ ਮਿਲਣਾ ਹੈ। ਹਕੀਕਤ ਇਹ ਹੈ ਕਈ ਵਾਰ ਰਿਸ਼ਤੇ ਬਣਾਉਣ ਲੱਗਿਆਂ ਲੋਕ ਇੱਕ ਦੂਸਰੇ ਨੂੰ ਡੀਰੂਟ ਕਰਦੇ ਨੇ, ਇੱਕ ਦੂਸਰੇ ਨੂੰ ਉਸ এনवायरमेंट ਤੋਂ ਤੋੜਦੇ ਨੇ ਜਾਂ ਆਪ ਟੁੱਟਦੇ ਨੇ, ਫਿਰ ਖੁਸ਼ੀਆਂ ਲੱਭਦੇ ਨੇ। ਬੈਰਾਗ ਦਾ ਮਤਲਬ ਇਹ ਹੈ ਇਤਨਾ ਮੀਨ ਨਹੀਂ ਹੋਣਾ, स्वार्थी नहीं होना, हवसगीर नहीं होना कि सरपनी बन जाए, सब कुछ आप ही निकल जाने की बात आ जाए ना। वंडण की वृत्ति होए ते वंडना जिदे नाल प्यार होए ना, इन्हू इस तरह जानो, क्योंकि एक रिश्ते की बात हो रही है। जिदे नाल प्यार होए उहदी एक एक चीज़ चंगी लगती है, उहदियां निशानियां चंगियां लगदियां ने। लोकी ਉਹਦੇ ਦਿੱਤੀ ਆ ਖਾਸ ਕਰਕੇ ਗਹਿਣੇ, ਉਹ ਜਿਹੀ ਨਿਸ਼ਾਨੀਆਂ, ਉਹ ਜਿਹੇ ਗਿਫਟਸ, ਉਹਨਾਂ ਨੂੰ ਬੜਾ ਸਾਂਭ ਕੇ ਰੱਖਦੇ।
ਜਿੰਨਾ ਗਿਫਟਸ ਦੇ ਵਿੱਚ ਲਪੇਟ ਕੇ ਉਹ ਮਿਲ ਰਿਹਾ, ਖਾਸ ਕਰਕੇ ਸੋਸਾਇਟੀ ਦਾ ਮੈਂਬਰ, ਉਹਦੀ ਫੈਮਿਲੀ ਹੈ, ਉਹਦੇ ਮਾਂ-ਬਾਪ ਨੇ, ਉਹਦੇ ਭੈਣ ਭਰਾ ਨੇ। ਜੇ ਉਹਨਾਂ ਨੂੰ ਨਫ਼ਰਤ ਕਰੋਗੇ, ਕਿਵੇਂ ਸਨੇਹ ਵਿੱਚ ਜਾਓਗੇ? ਬੈਰਾਗ ਇੱਥੋਂ ਸ਼ੁਰੂ ਹੁੰਦਾ। ਇਹ ਬੈਰਾਗ ਉਹ ਨਹੀਂਗਾ ਜਿਹਨੂੰ ਬਾਬਾ ਕਬੀਰ ਜੀ ਨੇ ਕਿਹਾ ਸੀਗਾ ਕਿ ਜੇ ਇਸ ਬੈਰਾਗ ਦਾ ਧਰਮ ਨਹੀਂ ਪਾਲ ਸਕਦਾ, ਫਿਰ ਦੂਜਾ ਬੈਰਾਗ ਕਰ ਲਈ, ਜਿਹੜਾ ਬੈਰਾਗ ਲੋਕੀ ਵਿਖਾਵੇ ਦਾ ਕਰਦੇ ਨੇ। ਕਬੀਰ ਜੋ ਗ੍ਰਹਿ ਕਰੇ ਤਾਂ ਧਰਮ ਕਰਨਾ ਹੀ ਤਾਂ ਕਰ ਬੈਰਾਗ। ਤੇ ਫਿਰ ਚੇਤੇ ਰੱਖੀ ਬਾਬਾ ਜੀ, ਫਿਰ ਬਾਬਾ ਕਬੀਰ ਜੀ ਤੁਸੀਂ ਕਹਿ ਰਹੇ ਹੋ ਕਿ ਉਹ ਬੈਰਾਗ ਕਰ ਲਈ ਨਾ, ਦੈਟਸ ਗੁੱਡ, ਉਹ ਬੈਰਾਗੀ ਬਣ ਕੇ ਜੰਗਲਾਂ ਬੇਲਿਆਂ ਨੂੰ ਚਲੇ ਜਾਵਾਂਗੇ, ਜਿਵੇਂ ਭਰਥਰੀ ਕਹਿੰਦਾ। ਉਹ ਕਹਿੰਦੇ ਵੀ ਚੇਤੇ ਰੱਖੀ ਉੱਥੇ ਜਾ ਕੇ ਉਹ ਬੈਰਾਗ ਹੋ ਨਹੀਂ ਸਕਣਾ, ਕਿਉਂਕਿ ਬੈਰਾਗੀ ਬੰਧਨ ਕਰੇ, ਕਿਉਂਕਿ ਜਿਹੜਾ ਬੱਝਣਾ ਬੰਧਨ ਕਰਨਾ ਆ, ਵਿਆਹ ਬੰਨਣ ਹੀ ਹੁੰਦਾ ਨਾ, ਬੰਦਾ ਕਹਿੰਦਾ ਬੱਝ ਗਿਆ। ਪਰ ਸੰਸਾਰ ਜਿਹੜਾ ਆ ਇਹਦੇ ਵਿੱਚ ਤੇ ਬੱਝਣਾ ਹੀ ਪਏਗਾ। ਤੁਸੀਂ ਕਿਤੇ ਨਾ ਕਿਤੇ ਤੇ ਜਾ ਕੇ ਬੱਝੋਗੇ ਨਾ, ਕਿਸੇ ਨਾ ਕਿਸੇ ਰੂਪ ਦੇ ਵਿੱਚ। ਜਿਵੇਂ ਸਭ ਕਹਿੰਦੇ ਕਿ ਕਰ ਕੀ ਨਾਰ ਤਿਆਗੈ ਅੰਧਾ, ਪਰ ਨਾਰੀ ਸੋ ਘਾਲੇ ਧੰਦਾ। ਹਾਲਤ ਇਹ ਹੈ, ਜਿਹੜਾ ਇੱਕ ਲੀਆਂ ਦੇ ਵਿੱਚ ਬਣਾ ਕੇ ਗ੍ਰਸਤ ਤੇ ਸਮਾਜ ਉਸਾਰਨਾ, ਉਹ ਛੱਡ ਦਿੱਤਾ, ਤੇ ਫਿਰ ਹਾਲਤ ਇਹ ਭਟਕਦਾ ਫਿਰਦਾ ਆਲੇ ਦੁਆਲੇ ਚਾਰ ਚੁਫੇਰੇ। ਮੈਂ ਛੋਟੀ ਜਿਹੀ ਕਹਾਣੀ ਰੂਪ ਵਿੱਚ ਬਾਤ ਪਾਵਾਂ, ਫਿਰ ਬਚਨ ਦੇ ਅਰਥ ਕਰ ਦੇਣਾ ਵਾ। ਹੈ ਤੇ ਬਹੁਤ ਵੈਸੇ ਦੰਤ ਕਥਾਵਾਂ ਵਿੱਚ ਆਉਂਦੀ ਹੈ, ਕੋਈ ਸੋਰਸ ਨਹੀਂ ਹੈਗਾ ਪੱਕਾ, ਪਰ ਕਈਆਂ ਨੇ ਕੋਟ ਕੀਤੇ। ਫੋਕਲੋਰ 'ਚ ਤੁਹਾਨੂੰ ਮਿਲ ਜਾਣਗੇ ਇਹੋ ਜਿਹੀਆਂ ਚੀਜ਼ਾਂ ਕਾਫੀ ਸਾਰੀਆਂ। ਉਹਦੇ 'ਚ ਇਹ ਹੈ ਕਿ ਇੱਕ ਕਪਲ ਨੇ ਐਜ਼ ਏ ਪੇਰੈਂਟ ਦੋ ਬੱਚਿਆਂ ਦੀ ਲਾਲਣਾ ਪਾਲਣਾ ਕੀਤੀ। ਦੋਨੋਂ ਬੇਟੇ ਨੇ, ਬੱਚੇ ਵੱਡੇ ਹੋ ਰਹੇ ਨੇ। ਉਹ ਬਾਪ ਆਪਣਾ ਕੰਮਕਾਰ ਕਾਰੋਬਾਰ ਬੱਚਿਆਂ ਨੂੰ ਸਿਖਾਉਂਦਾ ਹੈ। ਇੱਕ ਬੜਾ ਮਨ ਲਾ ਕੇ ਸਿੱਖਦਾ, ਇੱਕ ਮਨ ਲਾ ਕੇ ਨਹੀਂ ਸਿੱਖਦਾ। ਥੋੜਾ ਹੋਰ ਸਮਾਂ ਅੱਗੇ ਲੰਘਦਾ, ਉਹ ਦੋਨਾਂ ਬੱਚਿਆਂ ਨੂੰ ਬੁਲਾਉਂਦਾ ਕਿ ਭਾਈ ਹੁਣ ਤੁਸੀਂ ਕੰਮਕਾਰ 'ਚ ਮੇਰੇ ਨਾਲ ਹਿੱਸਾ ਵਟਾਓ ਇਸ ਤਰੀਕੇ ਨਾਲ। ਉਹਨੂੰ 'ਚ ਇੱਕ ਕਹਿੰਦਾ ਠੀਕ ਹੈ ਪਿਤਾ ਜੀ, ਦੂਸਰਾ ਕਹਿੰਦਾ ਨਾ ਭਾਈ ਇਹ ਦੁਨੀਆ ਆਪਣੀ ਨਹੀਂ ਹੈਗੀ, ਆਪਾਂ ਤੇ ਛੱਡ ਕੇ ਜਾ ਰਹੇ। ਉਹ ਕਹਿੰਦਾ ਕਿੱਥੇ? ਕਹਿ ਲੰਗਾ ਜੀ ਮੈਂ ਤੇ ਸੰਸਾਰ ਤਿਆਗ ਦੇਣਾ, ਜਿਹਦੀ ਮੈਂ ਉਸ ਦਿਨ ਬਾਤ ਕੀਤੀ ਸੀ, ਰਿਨਾਊਂਸੀਏਸ਼ਨ। He said to his father, I want to be a monk, saintly person. ਉਹ ਕਹਿੰਦਾ ਠੀਕ ਹੈ ਭਾਈ ਤੇਰੀ ਮਰਜ਼ੀ ਹੈ। ਉਹ ਬੈਰਾਗੀ ਬਣ ਕੇ ਘਰੋਂ ਨਿਕਲ ਜਾਂਦਾ। ਵਕਤ ਆਪਣੀ ਜਾਚੇ ਬਤੀਤ ਹੁੰਦਾ ਹੈ। ਉਹ ਪਿਤਾ ਉਸ ਬੇਟੇ ਦਾ ਵਿਆਹ ਕਰਦਾ ਆ, ਉਸ ਤੋਂ ਬਾਅਦ ਉਹਦਾ ਗ੍ਰਸਤ ਜੀਵਨ ਚੱਲਦਾ ਆ। ਉਹ ਬੜੇ ਰੋਜ਼ ਸਮੇਂ ਦੇ ਨਾਲ ਜਿਵੇਂ ਸਮਾਂ ਨਜਿੱਠਦਾ ਹੈ, ਕਦੀ ਤੰਗੀ, ਕਦੀ ਤੁਰਸੀ, ਕਦੀ ਅਮੀਰੀ, ਕਦੀ ਗਰੀਬੀ, ਸਭ ਚੀਜ਼ਾਂ ਚੱਲਦੀਆਂ, ਹਾਲਾਤ ਬਦਲਦੇ ਚੱਲਦੇ ਰਹਿੰਦੇ। ਉਹਨਾਂ ਦੇ ਵਿੱਚ ਉਹ ਮਾਂ-ਬਾਪ ਦੀ ਸੇਵਾ ਕਰਦਾ ਹੈ, ਉਹ ਆਪਣੇ ਗ੍ਰਸਤ ਜੀਵਨ ਵਿੱਚ ਆਪਣੇ ਬੱਚੇ ਪੈਦਾ ਕਰਦਾ ਹੈ, ਬੱਚੇ ਪਾਲਦਾ ਹੈ, ਸਭ ਚੀਜ਼ਾਂ ਚੱਲਦੀਆਂ। ਦੂਸਰੇ ਪਾਸੇ ਜਿਹੜਾ ਉਹ ਘਰ ਛੱਡ ਕੇ ਚਲਾ ਜਾਂਦਾ, ਉਹ ਆਪਣੇ ਜਪ ਤਪ ਕਰਦਾ ਹੈ, ਜੋ ਰਿੱਧੀਆਂ ਸਿੱਧੀਆਂ ਵਾਸਤੇ, ਸਭ ਉਸ ਤਰੀਕੇ ਨਾਲ। ਵਕਤ ਆਪਣੀ ਜਾਚੇ ਬਤੀਤ ਹੁੰਦਾ ਆ। ਜਿਹੜਾ ਉਹ ਬੇਟਾ ਉਸ ਕਿਰਸਾਨ ਦਾ ਆ, ਉਸ ਕਪਲ ਦਾ ਪਿੰਡ ਵਿੱਚ ਗਿਰਾਂ ਵਿੱਚ ਰਹਿੰਦਾ ਸੀਗਾ, ਹੌਲੀ ਹੌਲੀ ਉਹ ਵੀ ਉਮਰ ਦਰਾਜ਼ ਹੋਣ ਲੱਗ ਗਿਆ। ਹੁਣ ਉਹਦੇ ਬੱਚੇ ਵੱਡੇ ਹੋ ਗਏ ਨੇ, ਸਭ ਉਸ ਤਰੀਕੇ ਨਾਲ ਅੱਗੇ ਆਪਣਾ ਫਰਜ਼ ਉਹਨਾਂ ਨੂੰ ਦੇਣ ਵਾਸਤੇ ਨਿਭਾ ਰਿਹਾ ਉਸ ਰੂਪ ਵਿੱਚ। ਉਸੇ ਸਮੇਂ ਦੌਰਾਨ ਪਤਾ ਲੱਗਦਾ ਕਿ ਜਿਹੜਾ ਇਹਦਾ ਭਰਾ ਸੀਗਾ ਉਹ ਬੜਾ ਵੱਡਾ ਜੋਗੀ ਬਣ ਗਿਆ, ਬੈਰਾਗੀ ਬਣ ਗਿਆ, ਤੇ ਉਹਦੀ ਮਾਨਤਾ ਬੜੀ ਹੈ। ਤੇ ਉਹ ਬਾਏ ਚਾਂਸ ਉਸੇ ਪਿੰਡ ਆ ਗਿਆ। ਉਹ ਪਿੰਡ ਦੇ ਬਾਹਰ ਕਿਸੇ ਜੰਗਲ ਬੇਲੇ 'ਚ ਆ ਬੈਠਾ ਆਪਣੇ ਬੜੇ ਵੱਡੇ ਚੇਲੇ ਬਾਲਕਿਆਂ ਦੇ ਨਾਲ, ਬੜੇ ਵੱਡੇ ਕਾਫਲੇ ਦੇ ਨਾਲ। ਲੋਕ ਉਹਦਾ ਮਾਣ ਸਤਿਕਾਰ ਕਰਨ ਲਈ ਜਾਂਦੇ ਉੱਥੇ। ਇਹ ਵੀ ਚਿਰਾਂ ਦਾ ਵਿਛੜਿਆ ਭਰਾ ਆ, ਇਹ ਵੀ ਮਿਲਣ ਲਈ ਜਾਂਦਾ, ਉਸ ਨੂੰ ਜਾਂਦਾ। ਉੱਥੇ ਤੇ ਬੜੀ ਚਰਚਾ ਹੁੰਦੀ ਹੈ। ਤੇ ਉਹ ਕਹਿੰਦਾ ਵੀ ਲੈ ਮੈਂ ਤੇ ਬੜੀਆਂ ਪ੍ਰਾਪਤੀਆਂ ਕਰ ਲਈਆਂ ਨੇ, ਮੈਂ ਤੇ ਰਿੱਧੀਆਂ ਸਿੱਧੀਆਂ ਸਿੱਖ ਲਈਆਂ, ਮੈਂ ਤੇ ਲੋਕ ਮਾਣ ਸਨਮਾਨ ਬੜਾ ਕਰਦੇ, ਮੈਂ ਤੇ ਬਹੁਤ ਅੱਗੇ ਪਹੁੰਚ ਗਿਆ। ਇਹ ਸਭ ਚਰਚਾਵਾਂ ਚੱਲ ਰਹੀਆਂ ਹੁੰਦੀਆਂ ਨੇ। ਉਹਦੇ ਦਰਮਿਆਨ ਉਹ ਜਿਹੜਾ ਭਰਾ ਆ, ਭਰਾ ਨੂੰ ਮਿਲਦਾ, ਖੁਸ਼ੀ ਹੁੰਦੀ ਹੈ, ਪਰ ਫਿਰ ਵੀ ਦੇਖਦਾ ਵੀ ਇਹਨੇ ਪ੍ਰਾਪਤ ਕੀ ਕੀਤਾ। ਸਾਰੀ ਧੂੜ ਮਲੀ ਹੈ, ਭਪੂਤ ਮਲੀ ਹੈ, ਸਭ ਉਸ ਰੂਪ ਦੇ। ਅਖੀਰ ਉਹਨੂੰ ਪੁੱਛਦਾ ਹੈ ਵੀ ਇਹ ਸਭ ਗੱਲਾਂ ਹੀ ਨੇ। ਇਫ ਯੂ ਹੈਵ ਸਮਥਿੰਗ, ਜੇ ਤੇਰੇ ਕੋਲ ਕੁਝ ਹੈ, ਦੈਨ ਪ੍ਰੂਵ ਇਟ, ਕੋਈ ਦੱਸ ਵਿਖਾ, ਬਸ ਬਾਕੀ ਤੇ ਗੱਲਾਂ ਹੀ ਨੇ। ਉਹ ਕਹਿੰਦਾ ਲੈ ਹੁਣੇ ਵਿਖਾ ਦਿੰਦੇ। ਉਹ ਹੱਥ 'ਚ ਇੱਕ ਡੰਡਾ ਫੜਦਾ, ਜ਼ੋਰ ਲਾ ਕੇ ਵਗਾ ਕੇ ਮਾਰਦਾ, ਤੂੰ ਕਾਫੀ ਦੂਰ ਡੰਡਾ ਡਿੱਗ ਜਾਂਦਾ ਹੈ। ਕਹਿੰਦੇ ਦੇਖਿਆ ਡੰਡਾ ਉੱਥੇ ਪਿਆ? ਕਹਿੰਦਾ ਹਾਂ ਪਿਆ। ਕਹਿੰਦਾ ਹੁਣ ਮੈਂ ਡੰਡਾ ਵਾਪਸ ਮੰਗਾਵਾਂ ਇੱਥੇ? ਕਹਿੰਦਾ ਹਾਂ ਮੰਗਾ। ਉਹ ਆਵਾਜ਼ ਦਿੰਦਾ ਹੈ, ਕਹਿੰਦਾ ਆ ਜਾ।
ਉਹ ਡੰਡਾ ਆਪਣੇ ਆਪ ਰਿੜ ਕੇ ਉਹਦੇ ਕੋਲ ਆ ਜਾਂਦਾ। ਕਹਿੰਦਾ ਦੇਖਿਆ, ਕਹਿੰਦਾ ਇਹ ਤਾਕਤ ਆ, ਇਹ ਰਿੱਧੀਆਂ ਸਿੱਧੀਆਂ ਆ ਗਈਆਂ ਮੇਰੇ ਕੋਲ। ਜਦੋਂ ਇਹ ਬਾਤ ਕਹਿੰਦਾ ਹੈ, ਜਿਹੜਾ ਦੂਸਰਾ ਭਰਾ ਸੀਗਾ ਉਹ ਕਹਿੰਦਾ ਜਾ ਕਮਲਿਆ, ਐਵੇਂ ਗਵਾਈ ਹੈ ਜ਼ਿੰਦਗੀ। ਆਹੀ ਕੁਛ ਸਿੱਖਿਆ ਹੀ, ਆਹੀ ਪ੍ਰਾਪਤ ਕੀਤਾ। ਕਹਿਣ ਲੱਗਾ ਲੈ ਘਾਟਿਆ, ਕਹਿਣ ਲੱਗਾ ਲੈ ਇਹਦੇ ਵਾਸਤੇ ਸਭ ਕੁਛ ਘਰ ਛੱਡ ਕੇ ਜੰਗਲਾਂ ਬੇਲਿਆਂ 'ਚ ਰਹਿਣ ਦੀ ਕੀ ਲੋੜ ਸੀ? ਇਹ ਤੇ ਕੰਮ ਮੈਂ ਵੀ ਘਰ ਬੈਠਾ ਕਰ ਲੈਣਾ। ਉਹ ਜੋਗੀ ਬੜਾ ਹੈਰਾਨ ਹੋਇਆ, ਕਹਿਣ ਲੱਗਾ ਹੱਦ ਹੋ ਗਈ, ਇੰਨੀ ਤਪੱਸਿਆ ਸਭ ਕੁਝ ਕਰ ਕਰਾ ਕੇ ਮੈਂ ਇਸ ਰਿੱਧੀ ਸਿੱਧੀ ਨੂੰ ਕੁਝ ਪ੍ਰਾਪਤ ਕੀਤਾ ਤੇ ਇਹ ਇੱਥੇ ਕਹਿਣ ਲੱਗਾ ਹਕੀਕਤ ਇਹ ਹੈ ਤੈਨੂੰ ਤੇ ਡੰਡਾ ਆਪਣੇ ਹੱਥ ਨਾਲ ਵਗਾਉਣਾ ਪਿਆ, ਮੈਨੂੰ ਤੇ ਇਹਦੀ ਵੀ ਲੋੜ ਨਹੀਂ ਹੈ। ਮੈਂ ਘਰ ਰਹਿ ਕੇ ਪਰਿਵਾਰ ਪਾਲਿਆ, ਬੱਚੇ ਪੈਦਾ ਕੀਤੇ, ਪਾਲੇ ਨੇ, ਬੜੇ ਆਗਿਆਕਾਰੀ ਨੇ। ਮੈਂ ਆਪਣੇ ਬੱਚੇ ਨੂੰ ਆਵਾਜ਼ ਮਾਰਾਂ, ਤੈਨੂੰ ਕਹਾਂ ਡੰਡਾ ਸੱਟ, ਉਹ ਸੱਟ ਦੇਗਾ। ਮੈਂ ਕਹਾਂ ਚੱਕ ਕੇ ਲੈ ਆਵੇਗਾ। ਮੇਰੀ ਵੀ ਤੇਰੀ ਜ਼ਬਾਨ ਚੱਲਦੀ ਹੈ ਨਾ ਵੀ ਤੂੰ ਕਿਹਾ ਮੂੰਹ ਨਾਲ ਵੀ ਇਹ ਚੀਜ਼ ਇੱਥੇ ਆ ਜਾਏ, ਕਹਿੰਦੇ ਮੇਰੀ ਵੀ ਚੱਲਦੀ ਹੈ ਐਂਡ ਬਿਲਕੁਲ ਸਾਖਸ਼ਾਤ ਚੱਲਦੀ ਹੈ। ਜਿਹੜਾ ਬੈਰਾਗ ਆ, ਬੈਰਾਗੀ ਬੰਧਨ ਕਰੇ। ਦੇਖੋ ਬੰਧਨ ਤੇ ਫਿਰ ਹੋ ਪੈ ਜਾਣਗੇ, ਤੇ ਜੇ ਬੰਧਨ ਪੈਣੇ ਹੀ ਨੇ, ਇੱਕ ਘਰ ਛੱਡਿਆ, ਉਸ ਤੋਂ ਕਿਤੇ ਵੱਡਾ ਡੇਰਾ ਬਣਾ ਲਿਆ। ਸੋਚਿਆ ਸੀਗਾ ਇੱਕ ਔਲਾਦ ਦਾ ਜਾਂ 2 ਔਲਾਦਾਂ ਦਾ, 4 ਔਲਾਦਾਂ ਦਾ ਦੁੱਖ ਮੋਹ ਆ ਜਾਏਗਾ, ਇਸ ਕਰਕੇ ਮੈਂ ਛੱਡ ਜਾਣਾ। ਉੱਥੇ 50-100 ਚੇਲੇ ਬਣਾ ਲਏ। ਲੋਕੀ ਉਹਨਾਂ ਵਾਸਤੇ ਰੋਂਦੇ ਵੀ ਵੇਖੇ ਹੋਣਗੇ, ਕੁਰਲਾਉਂਦੇ ਵੀ ਵੇਖੇ ਹੋਣਗੇ। ਭਾਰਤੀ ਖਿੱਤੇ ਦੇ ਵਿੱਚ ਰੀਸੈਂਟਲੀ ਇੱਕ ਮਿਸਾਲ ਬੜੀ ਵੱਡੀ ਹੈ। ਇੱਕ ਆਪਣੇ ਆਪ ਨੂੰ ਬੜਾ ਵੱਡਾ ਮੌਂਕ ਯੋਗੀ ਅਖਵਾਉਣ ਵਾਲਾ ਸ਼ਖਸ, ਐਡਾ ਵੱਡਾ ਜੋ ਹੈ ਇੱਕ ਬਿਜ਼ਨਸਮੈਨ ਬਣਿਆ, ਤੇ ਲੋਕੀ ਉਹਦੇ ਨਾਲ ਬਾਬਾ ਲਗਾਉਂਦੇ ਹੀ ਨਹੀਂ। ਜਿਵੇਂ ਦੀ ਉਹਨਾਂ ਦੀ ਲੈਂਗੁਏਜ, ਉਹ ਲਾਲਾ ਖਾਉਂਦੇ, ਲਾਲਾ ਉਹਦੇ ਨਾਲ ਲਗਾਉਂਦੇ, ਕਹਿੰਦੇ ਵਪਾਰੀ ਹੈ। ਸੋ ਇਹ ਬੈਰਾਗੀ ਬੰਧਨ ਕਰੇ ਤਾਂ ਕੋ ਵੱਡੋ ਅਭਾਗ। ਇਹੋ ਜਿਹਾ ਬੈਰਾਗੀ ਨਹੀਂ ਬਣਨਾ, ਇਹ ਤੇ ਵੱਡੇ ਅਭਾਗ ਬਣ ਜਾਣਗੇ ਤੇਰੇ। ਬੈਰਾਗੀ ਉਹ ਬਣਨਾ ਹੈ ਜਿਹਨੂੰ ਭਾਈ ਗੁਰਦਾਸ ਜੀ ਕਹਿੰਦੇ ਗੁਰਸਿੱਖ ਜੋਗੀ ਜਾਗਦੇ, ਮਾਇਆ ਅੰਦਰ ਕਰਨ ਉਦਾਸੀ। ਐਸੇ ਜੋਗੀ ਬਣਨਾ ਆ ਜਿਹੜੇ ਮਾਇਆ ਵਿੱਚ ਰਹਿ ਕੇ ਮਾਇਆ ਤੋਂ ਨਿਰਲੇਪ ਹੋਣ। ਤੇ ਨਿਰਲੇਪ ਕਿਵੇਂ ਹੋਵੋਗੇ? ਨਿਰਲੇਪ ਐਵੇਂ ਨਹੀਂ ਕਿ ਬੰਦਾ ਵਿਖਾਵਾ ਕਰੇ। ਨਿਰਲੇਪ ਇਹ ਹੈ ਆਪਣੇ ਸਵਾਰਥ ਨੂੰ ਪਿੱਛੇ ਰੱਖੇ, ਨਿਰਾ ਆਪਣੇ ਬਾਬਤ ਨਾ ਸੋਚੇ, ਸਿਰਫ ਅਤੇ ਸਿਰਫ ਆਪਣੇ ਲਾਲਚ ਅਧੀਨ ਪੈ ਕੇ 2 ਇੰਡੀਵਿਜੂਅਲਸ ਉਸੇ ਤਰੀਕੇ ਨਾਲ ਇੱਕ ਫੈਮਿਲੀ ਲਾਈਫ ਦੇ ਵਿੱਚ ਜਾਣਾ। ਫੈਮਿਲੀ ਦਾ ਮਤਲਬ ਇੱਕ ਵੱਡਾ ਪਰਿਵਾਰ ਆ, ਕੁਟੁੰਬ ਆ। ਉਹਦੇ ਲਈ ਬੈਰਾਗ ਆ। ਗੁਰੂ ਬਾਬਾ ਜਿਹੜੀ ਬਾਤ ਕਰਦੇ ਹਰਤੀ ਜਿਹੜੀ ਲਾਉ ਮਨ ਚਾਉ ਪਿਆ, ਇਹ ਚੀਜ਼ਾਂ ਸਿਰ ਪਈਆਂ ਨਾ ਵਜਾਏ ਬੰਦਾ, ਨਾ ਚਾਉ ਕਰਕੇ ਖੁਸ਼ੀ ਦੇ ਨਾਲ। ਬੈਰਾਗੀਆ ਬਲਰਾਮ ਜੀਓ ਸੰਤ ਜਨਾ ਹਰ ਮੇਲ ਹਰ ਪਾਇਆ, ਸੰਤ ਜਨਾ ਹਰ ਮੇਲ ਹਰ ਪਾਇਆ। ਦੇਖੋ 2 ਖਾਸ ਕਰਕੇ ਜਿਹੜੇ ਵਰਚੂਜ਼ ਨੇ, ਜਿਹੜੇ ਗੁਣ ਨੇ, ਰੂਹਾਨੀ ਦੁਨੀਆ ਦੇ ਵਿੱਚ ਉਡਾਰੀ ਮਾਰਨ ਵਾਸਤੇ ਚਾਹੀਦੇ ਨੇ। ਇਹਨੂੰ ਮੈਟਾਫੋਰਿਕ ਲੈਂਗੁਏਜ ਵਿੱਚ ਕਿਹਾ ਜਾਂਦਾ ਹੈ ਕਿ ਜਿਸ ਜਗਿਆਸੂ ਨੇ ਸੰਸਾਰ ਦੇਸ਼ ਤੋਂ ਨਿਰੰਕਾਰ ਦੇਸ਼ ਦੀ ਉਡਾਰੀ ਭਰਨੀ ਹੈ, ਉਹਨੂੰ 2 ਪਰ ਚਾਹੀਦੇ ਨੇ। ਜਿਵੇਂ ਪੰਛੀ ਨੂੰ ਉੱਡਣ ਵਾਸਤੇ, ਬਰਡਸ ਵਾਸਤੇ ਦੇਖਿਆ ਹੋਣਾ, ਬਰਡਸ ਆਲਵੇਜ਼ ਹੈਵ 2 ਵਿੰਗਸ। ਉਹਨਾਂ ਨੂੰ ਤੇ ਇਸ ਤਰੀਕੇ ਨਾਲ 2 ਪਰ ਚਾਹੀਦੇ ਨੇ। ਤੇ ਕਹਿੰਦੇ ਨੇ ਇੱਕ ਪਰ ਸਿਮਰਨ ਹੈ, ਦੂਸਰਾ ਸੇਵਾ ਹੈ। ਇਹ ਦੋਨੋਂ ਹੋਣੇ ਚਾਹੀਦੇ ਨੇ। ਇਹ ਦੋਵੇਂ ਹੋਣਗੇ ਤਾਂ ਜਾ ਕੇ ਉਹ ਸੰਸਾਰ ਦੇਸ਼ ਤੋਂ ਨਿਰੰਕਾਰ ਦੇਸ਼ ਉਡਾਰੀ ਭਰ ਸਕੇਗਾ। ਸਿਮਰਨ, ਮੈਡੀਟੇਸ਼ਨ ਕਹਿ ਲਓ, ਬਹੁਤ ਸਾਰੀਆਂ ਐਸੀਆਂ ਚੀਜ਼ਾਂ ਅਸੀਂ ਨਾਂ ਲੈ ਲੈਂਦੇ ਹਾਂ ਵੱਖਰੇ ਵੱਖਰੇ, ਪਰ ਇਹਦਾ ਅਸਲ ਜਿਹੜਾ ਪਤਾ ਹੈ ਉਹ ਪਤਾ ਲੱਗਦਾ ਸੇਵਾ ਦੇ ਵਿੱਚ। ਸੰਤ ਦੀ ਬਿਰਤੀ ਦਾ ਮਤਲਬ ਹੀ ਸੇਵਾਦਾਰ ਹੋਣਾ ਆ, ਸੈਲਫਲੈਸ ਸਰਵਿਸ ਵਿੱਚ ਲੱਗ ਜਾਣਾ, ਸੇਵਾ ਦੇ ਕਨਸੈਪਟ 'ਚ ਆ ਜਾਣਾ। ਆਪ ਦੇਖੋਗੇ ਸਿੱਖ ਕਮਿਊਨਿਟੀ ਨੰਬਰ ਵਾਈਜ਼ ਤੇ ਬਹੁਤ ਛੋਟੀ ਜੀ ਕਮਿਊਨਿਟੀ ਹੈ, ਬਟ ਵਰਲਡ ਵਾਈਡ ਇਸ ਨੂੰ ਡੀਮੋਰਲਾਈਜ਼ ਕਰਨ ਵਾਸਤੇ, ਇਸ ਨੂੰ ਕਈ ਲੈਵਲ ਤੇ ਨੀਵਾਂ ਵਿਖਾਉਣ ਵਾਸਤੇ ਆਲੇ ਦੁਆਲੇ ਤੋਂ ਵੀ ਐਫਰਟ ਬਤੇਰੀ ਹੁੰਦੀ ਹੈ। ਪਰ ਅਨਫੋਰਚੂਨੇਟਲੀ ਸਾਡੇ ਆਪਣੇ ਵਿੱਚ ਵੀ ਬਹੁਤ ਕਮੀਆਂ ਨੇ, ਕਿਉਂਕਿ ਛੋਟਾ ਇੱਕ ਕਮਿਊਨਿਟੀਜ਼ ਹੋਣ, ਛੋਟੀ ਕਮਿਊਨਿਟੀ ਹੋਣ ਕਰਕੇ ਚਾਹਤ ਬਹੁਤ ਕੁਝ ਪ੍ਰਾਪਤ ਕਰਨ ਦੀ ਵੀ ਹੈ, ਹੋਣ ਦੀ ਵੀ ਹੈ, ਤੇ ਉਹਦੇ ਕਰਕੇ ਕਾਲਾਪਨ ਜਿਹੜਾ ਆ, ਇੰਪੇਸ਼ੈਂਟ ਹੋਣ ਵਾਲੀ ਬਿਰਤੀ, ਇਹ ਲੰਬੇ ਸਮੇਂ ਤੋਂ ਸਾਡੇ ਨਾਲ ਪਈ ਹੋਈ ਆ। ਹੁਣ ਤੁਸੀਂ ਰੀਸੈਂਟਲੀ ਦੇਖੋ, ਜਿਹੜਾ ਵਸਾ ਦਾਨ ਅਸੀਂ ਮੰਗਦੇ ਹਾਂ ਅਰਦਾਸ ਦੇ ਵਿੱਚ ਸਿੱਖਾਂ ਨੂੰ,
ਵਿਸਾ ਦਾਨ, ਭਰੋਸਾ ਦਾਨ। ਇਹ ਵਸਾ ਭਰੋਸਾ ਰੱਬ ਤੇ ਹੈ, ਰੱਬ ਦੇ ਬਣਾਏ ਬੰਦਿਆਂ ਤੇ ਹੈ। ਭਰੋਸਾ ਕਰੋ ਕਿਸੇ ਤੇ, ਵਸਾ ਕਰੋ ਕਿਸੇ ਤੇ। ਪਰ ਹਾਲਤ ਇਹ ਬਣ ਗਈ ਹੈ, ਇਹੋ ਜਿਹੀ ਕੋਈ ਚੀਜ਼ ਨਹੀਂ। ਜਿਵੇਂ ਮੈਂ ਮਾਫੀ ਚਾਹਾਂਗਾ, ਮੈਂ ਬਾਤ ਕਰ ਰਿਹਾ ਹਾਂ, ਜੇ ਮੈਂ ਹਿਸਟਰੀ 'ਚ ਥੋੜਾ ਦੇਖਦਾ ਹਾਂ, ਮਹਾਰਾਜਾ ਰਣਜੀਤ ਸਿੰਘ ਦੇ ਇੱਕ ਜਿਹੜਾ ਹੈਗਾ ਇੱਕ ਦੋ ਰੂਪਾਂ ਦੇ ਸ਼ੁਰੂਆਤ ਦੇ ਹਿਸਟਰੀ 'ਚ ਦੇਖ ਕੇ, ਉਸ ਤੋਂ ਬਾਅਦ ਦੇ ਬਹੁਤੇ ਟਾਈਮ ਸਾਡੇ ਦੇਖਦਾ ਹਾਂ ਜਨਰੇਸ਼ਨਸ ਤੋਂ, ਜਦੋਂ ਹੀ ਕੁਝ ਪ੍ਰਾਪਤ ਕਰਨ ਦੇ ਨੇੜੇ ਜਾਂਦੇ ਹਾਂ ਅਸੀਂ ਚੋਕ ਹੋ ਜਾਂਦੇ ਹਾਂ। ਵੀ ਗੈਟ ਟੋਟਲੀ ਚੌਕਡ। ਉਹਦੇ ਵਿੱਚ ਕੀ ਹੁੰਦਾ ਤੇ ਹੁੰਦਾ ਕਿਉਂ? ਕਾਲਾਪਨ, ਇੰਪੇਸ਼ੈਂਟ ਹੋ ਜਾਣਾ। ਅਦਰਵਾਈਜ਼ ਸਮਾਜਿਕ ਤੌਰ ਤੇ ਦੇਖਿਆ ਜਾਏ ਤੇ ਜੋ ਮਾਨਵਤਾ ਦੀ ਲੰਗਰਾਂ ਰਾਹੀਂ ਸੇਵਾ ਕਰਕੇ ਸੈਲਫਲੈਸ ਹੋ ਕੇ ਮਨੁੱਖਤਾ ਦੀ ਕਲਿਆਣ ਹਿੱਤ ਕਾਰਜ ਕੀਤੇ ਨੇ ਕੋਵਿਡ-19 ਦੇ ਵਿੱਚ, ਜਾਂ ਹੋਰ ਬਹੁਤ ਸਾਰੀਆਂ ਜਿਹੜੇ ਡਿਫਰੈਂਟ ਨੈਚੁਰਲ ਡਿਜ਼ਾਸਟਰਸ ਆਏ ਨੇ, ਜਾਂ ਵਾਰ ਜ਼ੋਨਸ ਦੇ ਵਿੱਚ ਜਾ ਕੇ ਕਿੰਨਾ ਨਾਮਣਾ ਬਣਾਇਆ। ਇਸ ਸਾਰੇ ਦੇ ਇਵਜ ਵਿੱਚ ਰੀਸੈਂਟਲੀ ਵੀ ਜੋ ਸਟਰਗਲ ਉੱਥੇ ਚੱਲ ਰਹੀ ਆ, ਉਹਦੇ ਵਿੱਚ ਵੀ ਇਹ ਸਾਰੇ ਦਾ ਰੋਲ ਵੱਡੇ ਲੈਵਲ ਤੇ ਨਿਕਲ ਕੇ ਆਇਆ। ਪਰ ਉਸ ਸਭ ਦੇ ਵਿੱਚੋਂ ਜਿਹੜੀ ਇੱਕ ਬੇਵਸਾਈ ਵਾਲਾ ਕਨਸੈਪਟ ਦੁਬਾਰਾ ਫਿਰ ਨਿਕਲ ਆਇਆ। ਤੇ ਫਿਰ ਕੀ ਹੈ, ਕੁਝ ਖਾਸ ਕਰਕੇ ਜਿਹੜੇ ਕੁਝ ਅਗਵਾਈ ਦੇ ਰੂਪ ਵਿੱਚ ਅਗਵਾਈ ਕਰ ਰਹੇ ਸੀ, ਕਿ ਲੀਡਿੰਗ ਰੋਲ ਵਿੱਚ ਸੀਗੇ, ਉਹਨਾਂ ਦੀ ਪਦਸਨਾ ਤੇ ਸਭ ਚੀਜ਼ਾਂ ਸ਼ੁਰੂ ਹੋ ਗਈਆਂ। ਮਤਲਬ ਇਹ ਕਿ ਦੇਖ ਕੇ ਅਣਡਿੱਠ ਕਰਨ ਦਾ ਕਨਸੈਪਟ ਕੱਲਾ ਅਰਦਾਸ ਤਾਂ ਥੋੜਾ ਆ, ਇਹਨੂੰ ਤਾਂ ਅਡਾਪਟ ਕਰਨ ਦੀ ਗੱਲ ਆ। ਮੈਂ ਕਿਹਾ ਸਿਮਰਨ ਤੇ ਨਾਲ ਸੇਵਾ, ਉਹਦੀ ਇੰਪਲੀਮੈਂਟੇਸ਼ਨ ਜਿਹੜੀ ਹੈ, ਅਪਲਾਈ ਕਰਨਾ ਉਸ ਨੂੰ। ਪਰਿਵਾਰਾਂ ਦੇ ਵਿੱਚ ਵੀ ਐਵੇਂ ਹੁੰਦਾ ਆ। ਮਤਲਬ ਇਹ ਕਿ ਇੱਕ ਜੀਵਨ ਲਾਇਆ 10 20 15 20 25 30 ਸਾਲ ਦਾ, ਤੇ ਉਸ ਤੋਂ ਬਾਅਦ ਕੋਈ ਇੱਕ ਇਨਸੀਡੈਂਟ ਆਇਆ, ਉਸ ਇੱਕ ਇਨਸੀਡੈਂਟ ਨੂੰ ਸਾਰੇ ਉਸ ਪਿਛਲੇ ਕਾਰਜ ਨੂੰ ਓਵਰਲੈਪ ਕਰਤਾ ਗਿਆ। ਨਾ ਨਾ ਨਾ, ਬਸ ਸੰਤ ਬਿਰਤੀ ਇਹ ਹੈ, ਪਰਉਪਕਾਰੀ ਹੋਣਾ, ਦੇਖ ਕੇ ਅਣਡਿੱਠ ਕਰਨਾ, ਸਨੇਹ ਕਰਨਾ, ਖਲੂਸ ਕਰਨਾ ਹੀ ਬੈਰਾਗ ਹੈ। ਇੱਥੇ ਸਾਹਿਬ ਕਹਿੰਦੇ ਸੰਤ ਜਨਾ ਹਰ ਮੇਲ ਹਰ ਪਾਇਆ, ਤੇ ਹੋਏਗਾ ਤਾਂ ਜੇ ਹਰ ਮੇਲ ਹੋਏਗਾ, ਭਾਵ ਰੱਬ ਦੁਆਰਾ ਦਿੱਤੀ ਗਈ ਡਿਊਟੀ ਸਮਝ ਕੇ ਕਰੋਗੇ, ਰੱਬ ਦੇ ਅਹਿਸਾਸ ਨੂੰ ਸੁਰਤੇ 'ਚ ਰੱਖੋਗੇ। ਵੱਡ ਭਾਗੀ ਆ ਬਲਰਾਮ ਜੀਓ, ਤਾਂ ਬਣਾਂਗੇ ਵੱਡੇ ਭਾਗਾਂ ਵਾਲੇ, ਤਾਂ ਬਣਾਂਗੇ। ਕਿਉਂਕਿ ਜਿਨ੍ਹਾਂ ਦਾ ਵਿਆਹ ਹੋ ਰਿਹਾ ਹੈ ਉਹਨਾਂ ਨੂੰ ਲੋਕੀ ਕਹਿੰਦੇ ਨੇ ਭਾਗਾਂ ਭਰੀ ਜੋੜੀ ਹੈ। ਮਤਲਬ ਭਾਗਾਂ ਭਰੀ ਜੋੜੀ ਤਾਂ ਹੀ ਬਣੇਗੀ ਨਾ, ਵੱਡ ਭਾਗ ਤਾਂ ਹੋਣਗੇ। ਉਹ ਕਹਿੰਦੇ ਵੱਡੇ ਭਾਗ ਨੇ, ਇੱਕ ਦੂਜੇ ਨੂੰ ਮਿਲਾਪ, ਇਸ ਤਰੀਕੇ ਨਾਲ ਮਿਲਾਪ ਹੋਇਆ, ਦੋ ਪਰਿਵਾਰਾਂ ਦਾ ਮਿਲਾਪ ਹੋਇਆ, ਸਾਂਝ ਬਣੀ ਇਸ ਰੂਪ ਦੇ ਵਿੱਚ। ਤੇ ਗੁਰਬਾਣੀ ਕਹਿੰਦੀ ਆ ਵੀ ਭਾਗ ਆ ਕਿ ਜਿਹੜਾ ਤੁਹਾਨੂੰ ਜਿਹੜਾ ਇਸ ਰੂਪ ਦੇ ਵਿੱਚ ਜੀਵਨ ਜੀਣ ਦੀ ਜਾਚ ਮਿਲੀ ਹੈ, ਜਾਂ ਮਨੁੱਖਾ ਜੀਵਨ ਇਟਸੈਲਫ ਜਿਹੜਾ, ਇਹ ਵੀ ਬੜਾ ਵੱਡੇ ਭਾਗ ਦੀ ਗੱਲ ਆ। ਪਰ ਇੱਥੇ ਸਾਹਿਬ ਕਹਿੰਦੇ ਇਸ ਭਾਗ ਨੂੰ ਜਗਾਉਣ ਵਾਸਤੇ ਬੈਰਾਗ ਦਾ ਇਹ ਰੰਗ ਆ ਜਾਣਾ, ਵੱਡੇ ਪਰਿਵਾਰ ਦੀ ਸੇਵਾ ਵਿੱਚ ਆਪਣੇ ਆਪ ਨੂੰ ਲਗਾਉਣਾ। ਦੋ ਜੀਆਂ ਨੇ ਰਲ ਕੇ ਇਸ ਵੱਡੇ ਪਰਿਵਾਰ ਦੀ ਤੇ ਫਿਰ ਹੌਲੀ ਹੌਲੀ ਸਮਾਜ ਦੀ ਸੇਵਾ ਵਿੱਚ ਆਪਣੇ ਆਪ ਨੂੰ ਲਗਾਉਣਾ ਹੈ। ਸੰਤ ਜਨਾ ਹਰ ਮੇਲ ਹਰ ਪਾਇਆ, ਵੱਡ ਭਾਗੀ ਆ ਬਲਰਾਮ ਜੀਓ, ਨਿਰਮਲ ਹਰ ਪਾਇਆ, ਹਰ ਗੁਣ ਗਾਇਆ, ਮੁਖ ਬੋਲਨੀ ਹਰ ਬਾਣੀ। ਹਰੀ ਦੇ ਉਹ ਗੁਣ ਗਾਉਣੇ ਜਿਹੜੇ ਮੈਲ ਰਹਿਤ ਨੇ, ਨਿਰਮਲ ਹਰ ਪਾਇਆ, ਹਰ ਗੁਣ ਗਾਇਆ, ਤੇ ਉਹਦੇ ਵਿੱਚੋਂ ਹੀ ਅਸਲ 'ਚ ਉਹ ਨਿਰਮਲ ਮੈਲ ਰਹਿਤ ਹਰ ਪ੍ਰਾਪਤ ਹੋਏਗਾ। ਮੁਖ ਬੋਲਨੀ ਹਰ ਬਾਣੀ, ਮੁੱਖ ਬੋਲੀ ਹਰ ਬਾਣੀ, ਇਹਦੀ ਵਿਆਖਿਆ ਬੜੀ ਡਿਟੇਲਡ ਵੇ ਨਾਲ ਹੋ ਸਕਦੀ ਹੈ। ਪਰ ਇਸ ਤੁਸੀਂ ਦੇਖੋਗੇ ਗ੍ਰਸਤ ਜੀਵਨ ਵਿੱਚ ਵਿਚਰਦਿਆਂ ਹੋਇਆਂ, ਜਿਵੇਂ ਜਿਵੇਂ ਬੰਦਾ ਰਿਸ਼ਤਾ ਮੈਚਿਓਰਿਟੀ ਵਾਲੇ ਲੈਵਲ ਤੇ ਜਾਂਦਾ ਆ, ਉਹਦੇ ਵਿੱਚ ਜਿਹੜੀ ਜ਼ਬਾਨ ਦੀ ਮਿਠਾਸ ਆ, ਜਿਹੜੀ ਜ਼ਬਾਨ ਦੇ ਵਿੱਚ ਅਪਣਤ ਆ, ਇਹ ਘਟਣੀ ਸ਼ੁਰੂ ਹੋ ਜਾਂਦੀ ਹੈ। ਕਿਉਂਕਿ ਅੰਦਰ ਜਿਹੜੀਆਂ ਐਕਸਪੈਕਟੇਸ਼ਨਸ ਨੇ ਉਹ ਮੀਟ ਨਹੀਂ ਹੁੰਦੀਆਂ, ਦਿਸ ਰਹੀਆਂ, ਉਹਦੇ ਕਰਕੇ ਇੱਕ ਬਿਟਰਨੈਸ ਆ ਰਹੀ ਹੈ। ਤੇ ਉਹਦੀ ਫਿਰ ਸਭ ਤੋਂ ਪਹਿਲੀ ਜਿਹੜੀ, ਜਿਹਨੂੰ ਗੁਫ਼ਤਗੂ ਕਹਿੰਦੇ ਆ, ਗੁਫ਼ਤਾਰ, ਬੰਦੇ ਦੀ ਜ਼ਬਾਨ ਦੇ ਵਿੱਚ ਫਿਰ ਉਹ ਚੰਗੇਰੀ ਬਾਣੀ ਨਹੀਂ ਰਹਿ ਜਾਂਦੀ। ਕਈ ਵਾਰ ਜੇ ਬੰਦਾ ਬਾਣੀ ਨਹੀਂ ਵੀ ਉਵੇਂ ਬੋਲ ਰਿਹਾ, ਝੂਠ ਬੋਲ ਰਿਹਾ, ਫਿਰ ਅੰਦਰ ਕੁਛ ਚੱਲ ਰਿਹਾ, ਬਾਹਰੋਂ ਮਿਠਾਸ ਵੀ ਜ਼ਾਹਰ ਕਰ ਰਿਹਾ, ਪਰ ਉਹ ਮੈਚ ਨਹੀਂ ਕਰਦੀ। ਇਸੇ ਕਰਕੇ ਸਾਹਿਬ ਨੇ ਕਿਹਾ ਮੁੱਖ ਬੋਲੀ ਹਰ ਬਾਣੀ। ਹਰ ਬਾਣੀ ਕਿਹੜੀ ਹੈ? ਸੱਚ ਬੋਲਣਾ, ਸੱਚ ਹਰ ਦੀ ਬਾਣੀ ਹੈ। ਮਿੱਠਾ ਬੋਲਣਾ, ਚੰਗੇਰਾ ਬੋਲਣਾ, ਵਡਿਆਉਣ ਵਾਲਾ ਬੋਲਣਾ, ਵਡਿਆਈ ਭਰਿਆ ਬੋਲਣਾ। ਸੋ ਇਹ ਬੈਰਾਗ ਦੀ ਨੈਕਸਟ ਕੰਡੀਸ਼ਨ ਆ। ਉਹਦੇ ਜਿਹੜਾ ਮਨੁੱਖ
इस तीसरे पड़ाव ਨੂੰ, इस बैराग ਨੂੰ ਧਾਰਨ ਕਰਦਾ ਇਸ ਜੀਵਨ ਦੇ ਵਿੱਚ ਵਿਚਰਦਿਆਂ ਹੋਇਆ। ਸਾਹਿਬ ਕਹਿੰਦੇ ਮੁੱਖ ਬੋਲਣੀ ਹਰ ਬਾਣੀ, ਅਗਲਾ ਵਾਕ ਲਿਖਿਆ ਸਾਹਿਬ ਨੇ, ਸੰਤ ਜਨਾ ਵਡ ਭਾਗੀ ਪਾਇਆ ਹਰ ਕਥੀ ਹੈ ਅਕਥ ਕਹਾਣੀ। ਹਾਲਾਂਕਿ ਬਹੁਤ ਕੁਝ ਕਥਨ ਕੀਤਾ ਗਿਆ, ਕਥਨ ਕੀਤਾ ਵੀ ਜਾਂਦਾ ਹੈ, ਪਰ ਗੁਰੂ ਸਾਹਿਬ ਕਹਿੰਦੇ ਸੰਤ ਜਨਾ ਵਡ ਭਾਗੀ ਪਾਇਆ, ਸੰਤ ਜਨਾਂ ਦੇ ਸਾਥ ਦੇ ਨਾਲ। ਤੇ ਸੰਤ ਗੁਰਬਾਣੀ ਦੇ ਮੁਤਾਬਕ ਸਾਰੇ ਹੀ ਸੰਤ ਨੇ, ਜਿਨ੍ਹਾਂ ਨੂੰ ਅਸੀਂ ਬਹੁਤ ਮਾੜੇ ਵੀ ਕਹਿੰਦੇ ਆ। ਬਾਬਾ ਨਾਨਕ ਜੀ ਤੇ ਨਹੀਂ ਮੰਨਦੇ, ਨਾ ਕਹਿੰਦੇ ਨੇ। ਮਤਲਬ ਤੁਸੀਂ ਸਿੱਧ ਗੋਸ਼ਟ ਪੜ੍ਹਦੇ ਹੋ ਤੇ ਸਿੱਧਾਂ ਦੇ ਵਿੱਚ ਪਖੰਡੀ ਵੀ ਹੋਣਗੇ, ਬੜੇ ਇਹੋ ਜਿਹੇ ਵੀ ਹੋਣਗੇ, ਤੇ ਉੱਥੇ ਅਸੀਂ ਸ਼ਬਦ ਦੀ ਸ਼ੁਰੂਆਤ ਪੜ੍ਹਦੇ ਹਾਂ ਵੀ ਸਿੱਧ ਸਭਾ ਕਰ ਆਸਨ ਬੈਠੀ ਸੰਤ ਸਭਾ ਜੈਕਾਰੋ। ਮਤਲਬ ਜਿਵੇਂ ਸਾਹਿਬ ਉੱਥੇ ਪਹੁੰਚੇ ਤੇ ਉਹ ਕਹਿੰਦੇ ਵੀ ਭਾਈ ਸੰਤਾਂ ਦੀ ਜੈਕਾਰ ਹੋਏ, ਜੈ ਕਰਨੀ। ਫਿਰ ਇਹ ਵੀ ਸੱਚਾਈ ਹੈ, ਜਿਨ੍ਹਾਂ ਨੂੰ ਲੋਕ ਪਾਪੀ ਕਹਿੰਦੇ ਸੀ, ਗੁਨੇਗਾਰ ਕਹਿੰਦੇ ਸੀ, ਉਹ ਭਾਵੇਂ ਸੱਜਣ ਸ਼ੇਖ ਸੀਗਾ, ਭਾਵੇਂ ਕੌਡਾ ਰਾਖਸ ਸੀਗਾ, ਭਾਵੇਂ ਭੂਮੀਆਂ ਚੋਰ ਸੀਗਾ, ਬਾਬਾ ਜੀ ਉਹਨਾਂ ਕੋਲ ਆਪ ਚੱਲ ਕੇ ਗਏ। ਕਹਿੰਦੇ ਨੇ ਸੰਤਾਂ ਦੇ ਦਰਸ਼ਨ ਕਰਨ ਜਾਈਦੇ ਨੇ। ਬਾਬਾ ਜੀ ਉਹਨਾਂ 'ਚੋਂ ਔਗਣ ਦੇਖਦੇ ਨੇ, ਗੁਣ ਦੇਖਦੇ ਨੇ। ਜੇ ਗੁਣ ਨਾ ਦੇਖਦੇ ਤਾਂ ਗੁਣ ਕਿਵੇਂ ਇਜ਼ਹਾਰ ਵਿੱਚ ਆ ਸਕਦਾ ਸੀਗਾ? ਜਦੋਂ ਸਮਾਜ ਪਰਿਵਾਰ ਵਿੱਚ ਵਿਚਰਦੇ ਹਾਂ, ਇੱਕ ਦੂਜੇ ਦੇ ਗੁਣਾਂ ਨੂੰ ਵਡਿਆਉਣਾ, ਗੁਣਾਂ ਨੂੰ ਸਲਾਹੁਣਾ, ਗੁਣਾਂ ਨੂੰ ਵਧਾਉਣਾ, ਗੁਣਾਂ ਦੀ ਇਜ਼ਾਫੇਦਾਰੀ ਕਰਨੀ। ਗੁਰੂ ਬਾਬਾ ਜੀ ਨੇ ਇੱਥੇ ਬਿਆਨ ਕੀਤਾ ਸੰਤ ਜਨਾਂ ਵਡ ਭਾਗੀ ਪਾਇਆ। ਤਾਂ ਅਸੀਂ ਸੰਤ ਜਨਾਂ ਦੇ ਨਾਲ, ਉਸ ਸੱਤ ਗੁਣਾਂ ਦੇ ਨਾਲ ਵੱਡੇ ਭਾਗਾਂ ਵਾਲੇ ਬਣ ਸਕਾਂਗੇ। ਹਰ ਕਥੀਆ ਕਥ ਕਹਾਣੀ। ਬਾਕੀ ਇਹ ਹੈ ਰੈਸ਼ਨਲ ਮਾਈਂਡ ਸਾਨੂੰ ਚਲਾਉਂਦਾ ਮੋਸਟਲੀ, ਪਰ ਕੁਝ ਚੀਜ਼ਾਂ ਰੈਸ਼ਨਲ ਮਾਈਂਡ 'ਚ ਕੰਮ ਨਹੀਂ ਕਰਦੀਆਂ, ਬਲੀਵ ਵਿੱਚ ਕੰਮ ਕਰਦੀਆਂ ਨੇ। ਜੇ ਤੁਹਾਨੂੰ ਬਲੀਵ ਹੋਏ, ਵਿਸ਼ਵਾਸ ਹੋਏ। ਬਹੁਤ ਸਾਰੇ ਐਸੇ ਲੋਕ ਮੈਂ ਦੇਖਦਾ ਪਰਿਵਾਰਕ ਜੀਵਨ ਦੇ ਵਿੱਚ, ਇੱਕ ਜਿਵੇਂ ਸਮਾਂ ਆਇਆ ਜਦੋਂ ਲੱਗਾ ਨਹੀਂ ਇਹ ਰਿਸ਼ਤਾ ਨਹੀਂ ਚੱਲਣਾ, ਪਰਿਵਾਰ ਨਹੀਂ ਚੱਲਣਾ, ਰੈਸ਼ਨਲ ਮਾਈਂਡ ਕਹਿੰਦਾ ਖਤਮ ਹੈ ਸਭ ਕੁਝ। ਬਲੀਵ ਨੇ ਕਿਹਾ ਹੋਪ ਰੱਖ, ਹੋ ਜਾਏਗਾ। ਬਾਅਦ ਚ ਪਤਾ ਲੱਗਾ ਰੈਸ਼ਨਲ ਮਾਈਂਡ ਹਾਰ ਗਿਆ, ਬਲੀਵ ਜਿੱਤ ਗਿਆ। ਇਹ ਹੈ ਕਥੀ ਹੈ ਅਕਥ ਕਹਾਣੀ। ਹਿਰਦੈ ਹਰ 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 ਧੁਨ ਉਪਜੀ। ਧੁਨ ਕਹਿੰਦੇ ਨੇ ਲਗਨ ਨੂੰ, ਪੈਸ਼ਨੇਟ ਹੋ ਜਾਣਾ। ਮੈਂ ਪਹਿਲਾਂ ਬੇਨਤੀ ਕੀਤੀ ਸੀ, ਜਿਹੜੀ ਗ੍ਰਸਤ ਜੀਵਨ ਦਾ ਇਹ ਸਫ਼ਰ ਆ ਨਾ, ਇਹ ਕੋਈ 400 ਮੀਟਰ ਦੀ ਰੇਸ ਨਹੀਂ ਹੈ ਵੀ ਤੁਸੀਂ ਇੱਕ ਸ਼ੂਟ ਲਗਾਉਣੀ ਤੇ ਜਿੱਤ ਹਾਰ ਹੋ ਜਾਣੀ ਹੈ। ਇਹ ਤੇ ਸਫ਼ਰ ਆ ਲੰਮੇਰਾ, ਇਹ ਤੇ ਮੈਰਾਥਨ ਆ, ਲਾਈਫ ਟਾਈਮ ਮੈਰਾਥਨ। ਤੇ ਇਸ ਨੂੰ ਦੌੜਨ ਵਾਸਤੇ ਧੁਨ ਹੋਣੀ, ਪੈਸ਼ਨੇਟ ਹੋਣਾ, ਇਹ ਬੜਾ ਜ਼ਰੂਰੀ ਹੈ। ਤੇ ਉਹ ਧੁਨ ਹਰੀ ਤੋਂ ਪ੍ਰਾਪਤ ਹੋਏ। ਹਿਰਦੈ ਹਰ 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 ਧੁਨ ਉਪਜੀ, ਹਰ ਜਪੀਐ ਮਸਤਕ ਭਾਗ ਜੀਓ। ਤੇ ਫਿਰ ਉਹਨੂੰ ਜਪਣਾ ਇਹੀ ਮਸਤਕ ਦੇ ਭਾਗ ਮਥੌਰ ਕਰਦਾ ਆ। ਇੱਕ ਪਲ ਲੈ ਕੇ ਫਿਰ ਇੱਕ ਲਾਈਨ ਹੋਰ ਹੈ, ਵਾਈਂਡ ਅਪ ਕਰ ਦੇਣਾ ਬਸ। ਉਹਦੇ 'ਚ ਇਹ ਹੈ ਕਿ ਬੜਾ ਕਮਾਲ ਦਾ ਦਸਤਾਵੇਜ਼ ਕਿ ਸੱਜਣ ਨੇ ਲਿਖਿਆ, ਅਤੇ ਬੜਾ ਲੰਮਾ ਚੌੜਾ ਟੂਕ ਮਾਤਰ ਬਿਆਨ ਕਰ ਦੇਣਾ ਕਿ ਦੋ ਸੰਗੀ ਇੱਕ ਰਾਹ ਤੇ ਤੁਰਦੇ ਨੇ, ਥੋੜੀ ਦੂਰ ਤੁਰੇ ਨੇ। ਇੱਕ ਕਹਿੰਦਾ ਵੀ ਸੱਜਣਾ ਮੈਂ ਟਾਇਰਡ ਹੋ ਗਿਆ, ਕਿੰਨਾ ਕੁ ਸਫ਼ਰ ਹੋ ਰਹਿ ਗਿਆ ਨਾ। ਕਈ ਵਾਰ ਤੁਸੀਂ ਬੱਚਿਆਂ ਨੂੰ ਦੇਖੋਗੇ, ਆਰ ਵੀ ਦੇਰ ਯੈਟ, ਬੱਚੇ ਕਈ ਵਾਰੀ ਐਵੇਂ ਕਰਦੇ ਨੇ, ਅਸੀਂ ਪਹੁੰਚ ਗਏ ਨਹੀਂ ਪਹੁੰਚ ਗਏ, ਇਸ ਤਰੀਕੇ ਨਾਲ। ਉਹ ਪੁੱਛਦਾ ਸੱਜਣਾ ਵੀ ਕਿੰਨਾ ਕੁ ਟਾਈਮ? ਉਹ ਕਹਿੰਦਾ ਵੀ ਸੱਜਣਾ ਇਹ ਤਾਂ ਅਸੀਂ ਤੁਰੇ ਹੀ ਹਾਂ, ਸਫ਼ਰ ਸਾਡਾ ਹੈਗਾ ਕੋਈ 13 ਕੁ ਕੋਹ ਦਾ, ਇੱਕ ਕੋਹ ਤੁਰੇ ਹਾਂ, 12 ਕੋਹ ਹਾਲੀ ਹੋਰ ਤੁਰਨਾ। ਉਹ ਕਹਿੰਦਾ ਓ ਨੋ, ਯੂ ਨੋ ਆਈ ਐਮ ਆਲਰੇਡੀ ਡੈਡ, ਆਈ ਕੈਨ ਨੋਟ ਵਾਕ ਐਨੀ ਮੋਰ। ਅਤੇ ਮੁਸੀਬਤ ਬਣ ਗਈ। ਤੂੰ ਪਹਿਲਾਂ ਕਿਉਂ ਨਹੀਂ ਦੱਸਿਆ? ਇੰਨਾ ਤੁਰਨਾ ਪਏਗਾ, ਮੈਂ ਤੇ ਥੱਕ ਗਿਆ ਹੁਣ ਨਹੀਂ। ਉਹ ਕਹਿੰਦਾ ਨਹੀਂ ਐਕਚੁਅਲੀ ਗੱਲ ਇਹ ਹੈ, ਤੂੰ ਪੂਰੀ ਤਰ੍ਹਾਂ ਗੱਲ ਮੇਰੀ ਸੁਣੀ ਨਹੀਂ ਗਈ। ਸਫ਼ਰ ਆਪਣਾ 12 ਕੋਹ ਦਾ ਅਜੇ, ਪਰ ਇਹਦੇ ਵਿੱਚ ਨਾ 6 ਕੋ ਤੂੰ ਤੁਰਨਾ, 6 ਕੋ ਮੈਂ ਤੁਰਨਾ। ਐਂਡ ਦੈਨ ਯੂ ਨੋ, ਉਹ ਕਹਿੰਦਾ ਤੂੰ ਕਿਹੋ ਜਿਹੀਆਂ ਗੱਲਾਂ ਕਰਦਾ, ਝੂਠ ਬੋਲ ਰਿਹਾ ਮੈਨੂੰ। ਮਤਲਬ ਜੇ ਆਪਾਂ 12 ਕਿਲੋਮੀਟਰ ਦਾ ਡਿਸਟੈਂਸ ਕਵਰ ਕਰਨਾ ਆ, ਤੇ ਕਿਵੇਂ ਹੋ ਸਕਦਾ ਵੀ 6 ਕਿਲੋਮੀਟਰ ਤੂੰ ਤੁਰੇਂਗਾ, 6 ਮੈਂ ਤੁਰਾਂਗਾ, ਤੇ ਡਿਸਟੈਂਸ 12 ਕਿਲੋਮੀਟਰ ਕਵਰ ਕਰ ਲਾਂਗੇ ਅਸੀਂ। ਉਹ ਕਹਿੰਦਾ ਨਹੀਂ ਗੱਲ ਇਹ ਹੈ ਵੀ 6 ਕਿਲੋਮੀਟਰ ਤੂੰ ਮੈਨੂੰ ਮੋਢਿਆਂ ਤੇ ਚੱਕ ਲਈ, ਮੈਂ ਤੁਰਾਂਗਾ 6 ਕਿਲੋਮੀਟਰ ਮੈਂ ਤੇਰੇ ਮੋਢਿਆਂ ਤੇ ਚੜ ਜਾਵਾਂਗਾ, ਤੂੰ ਤੁਰੀ, ਸਫ਼ਰ ਹੋ ਜਾਏਗਾ। ਉਹ ਕਹਿੰਦਾ ਇਹ ਕੰਮ ਨਹੀਂ ਹੋ ਸਕਦਾ, ਬਿਲਕੁਲ ਨਹੀਂ। ਇੱਥੇ ਇਕੱਲਿਆਂ ਤੁਰਨਾ ਮੁਸ਼ਕਲ ਹੈ, ਕਿਸੇ ਨੂੰ ਚੱਕ ਕੇ ਤੁਰਨਾ ਤੇ ਹੋਰ ਵੀ ਹਾਰਡ ਆ। ਨਾ ਝੂਠ ਹੈ। ਉਹ ਕਹਿੰਦਾ ਨਹੀਂ ਸੱਜਣਾ, ਲਿਟਰਲੀ ਨਹੀਂ ਚੱਕਣਾ ਮੋਢਿਆਂ ਤੇ। 6 ਕੋ ਤੂੰ ਗੱਲ ਕਰੀ, ਮੈਂ ਹੁੰਗਾਰਾ ਦਿਆਂਗਾ, 6 ਕੋ ਮੈਂ ਕਹਾਣੀ ਪਾਵਾਂਗਾ, ਤੂੰ ਹੁੰਗਾਰਾ ਦੇਈਂ, ਸਫ਼ਰ ਕੱਟਿਆ ਜਾਏਗਾ।
वो कहंदा वो तो गल ठीक है पर सच आ। जदों इहो जी बात हुई पिछे एक दानिशमंद शख्स खड़ा सीगा, उन्हें आवाज़ दे के क्या कहने लगा, बिल्कुल ठीक है, एवें सफ़र जल्दी कटिया जाएगा, पर चेते रखिया जे इस सारी कहानी सफ़र दे जान दी ते मंजिल ते पहुंचण दी पाया जे, कोई होर कहानी ना पा लिया जे। ऐसा ना होए कहानी विच गवाच जाओ, असल सफ़र दा जिहड़ा वो मंजिले मकसूद है, जिन्हें असल नैवीगेट करना है तुहानू, वो चीज़ भुल जाए। बस यही है जी। साहिब महाराज कहते ने, हिरदै हर 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 तुन उपजिए धुन होए, एक लगन लग जाए कि इस जीवन नू गुरु के हजूर शुरू किया है, इनू पूरा सिरे चढ़ाना उस रूप दे विच। हर जपिया मस्तक भाग जियो, फिर ग्रस्त जीवन नहीं, एक सिमरन दा हायर लैवल आ, बंदे दे भाग मथोर हो जाते। अगला बचन है, जन नानक बोले तीजी लामै हर उपजै मन बैराग जियो। फिर उस मन दे विचों बैराग पैदा होंदा, जिहदी बात उस दिन कीती सी, मन बैराग भया दर्शन देखने का चाओ। फिर हुंदा है कि इस तो पहला सफ़र मुक्के, जो मेरे फरजात ने इस संसार प्रति ते संसार दे विच उस रब्बी जोत निरंकार दे प्रति मैं उन्हां दा निर्वाहन करके असल में जीवन सफला करके विदा होवां। सब रहमत करन, इन आलमी वाक़े चों चंगेरी प्रेरणा मिले, उन्हां करसान वीर भैन भरावां दी सफलता चढ़दी कला लई अरजोई करदे होए इत्थे समाप्ति कह देना जी। वाहिगुरू जी का खालसा, वाहिगुरू जी की फतेह।